ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਿਆ। ਮੈਂ ਜਾਣਦਾ ਕਿ ਇਹ ਕੋਈ ਖੁਸ਼ੀ ਦੀ ਖਬਰ ਨਹੀਂ ਹੈ। ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਹਮੇਸ਼ਾ ਹੀ ਮਿਲਦੇ ਰਹੇ ਨੇ, ਬਦਲਦੇ ਰਹੇ ਨੇ, ਪਰ ਪੰਜਾਬ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਪੰਜਾਬ ਅੱਗੇ ਸੰਕਟ ਤੇ ਚੁਣੌਤੀਆਂ ਹਮੇਸ਼ਾ ਸਗੋਂ ਵੱਧਦੀਆਂ ਹੀ ਗਈਆਂ ਨੇ। ਉਹਨਾਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਸਨਮੁਖ ਜੇ ਉਹਨਾਂ ਨਾਲ ਕੰਪੈਰੀਜ਼ਨ ਕਰੀਏ ਤਾਂ ਇੱਕ ਮੁੱਖ ਮੰਤਰੀ ਦਾ ਬਦਲ ਜਾਣਾ ਕੋਈ ਬਹੁਤ ਵੱਡੀ ਘਟਨਾ ਨਹੀਂ ਹੈ। ਘੱਟੋ ਘੱਟ ਇਹ ਖੁਸ਼ੀ ਦੀ ਖਬਰ ਤਾਂ ਬਿਲਕੁਲ ਹੀ ਨਹੀਂ ਹੈ, ਔਰ ਇਹੋ ਜਿਹੀ ਕਿਸੇ ਖਬਰ ਤੋਂ ਪੰਜਾਬ ਨੂੰ ਕੋਈ ਧਰਵਾਸ ਨਹੀਂ ਮਿਲ ਸਕਦਾ। ਪਰ ਇੱਕ ਘਟਨਾ ਜਿਵੇਂ ਵਾਪਰੀ ਹੈ, ਇਹ ਬਹੁਤ ਸਾਰੇ ਸਵਾਲਾਂ ਨੂੰ ਜਨਮ ਦਿੰਦੀ ਹੈ। ਕਿਵੇਂ ਵਾਪਰੀ ਹੈ ਤੁਸੀਂ ਸਾਰਿਆਂ ਨੇ ਆਨਲਾਈਨ ਮੀਡੀਆ ਦੇ ਰਾਹੀਂ ਦੇਖਿਆ ਹੋਵੇਗਾ, ਔਰ ਹੁਣ ਤੱਕ ਕਾਫੀ ਗੱਲਾਂ ਇਸ ਦੇ ਬਾਰੇ ਹੋ ਵੀ ਚੁੱਕੀਆਂ ਨੇ ਹੋਰ ਚੈਨਲਾਂ ਦੇ ਉੱਪਰ। ਪਰ ਪੰਜਾਬ ਪਲੱਸ ਪ੍ਰੋਗਰਾਮ ਦੇ ਵਿੱਚ ਸਾਡੀ ਹਮੇਸ਼ਾ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪੰਜਾਬ ਵਿੱਚ ਵਾਪਰ ਰਹੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਆਰਥਿਕ ਘਟਨਾਵਾਂ ਨੂੰ ਇਸ ਤਰੀਕੇ ਨਾਲ ਉਹਨਾਂ ਦਾ ਵਿਸ਼ਲੇਸ਼ਣ ਕਰ ਸਕੀਏ ਕਿ ਉਹ ਪੰਜਾਬ ਦੇ ਉੱਪਰ ਉਹਨਾਂ ਦਾ ਕੀ ਅਸਰ ਪੈਣ ਜਾ ਰਿਹਾ ਜਾਂ ਕੀ ਅਸਰ ਪੈ ਰਿਹਾ। ਮੈਂ ਫਿਰ ਰਿਪੀਟ ਕਰਨਾ ਚਾਹਾਂਗਾ ਕਿ ਮੁੱਖ ਮੰਤਰੀ ਦਾ ਬਦਲ ਜਾਣਾ ਕੋਈ ਬਹੁਤ ਵੱਡੀ ਘਟਨਾ ਨਹੀਂ ਹੈ। ਅਤੀਤ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ, ਪਰ ਇਸ ਵੇਲੇ ਜਦੋਂ ਕਿ ਇਲੈਕਸ਼ਨ ਸਿਰ ਦੇ ਉੱਪਰ ਨੇ ਔਰ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਹੈ, ਤਾਂ ਇਸ ਤਰੀਕੇ ਦੇ ਨਾਲ ਇੱਕ ਮੁੱਖ ਮੰਤਰੀ ਦਾ ਬਦਲ ਜਾਣਾ ਇੱਕ ਅਜਿਹੀ ਘਟਨਾ ਜ਼ਰੂਰ ਹੈ ਕਿ ਇਸ ਦਾ ਵਿਸ਼ਲੇਸ਼ਣ ਪੰਜਾਬ ਦੇ ਨਜ਼ਰੀਏ ਤੋਂ ਕੀਤਾ ਜਾ ਸਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਮੇਰੀ ਕੋਸ਼ਿਸ਼ ਰਹੇਗੀ ਕਿ ਆਪਾਂ ਇਸ ਸਾਰੀ ਘਟਨਾ ਦੇ ਸਾਰੇ ਪਹਿਲੂਆਂ ਦੇ ਉੱਪਰ ਵਿਚਾਰ ਕਰ ਸਕੀਏ ਕਿ ਇਹ ਘਟਨਾ ਕਿਉਂ ਵਾਪਰੀ ਔਰ ਇਹਦਾ ਆਉਣ ਵਾਲੇ ਸਮੇਂ ਤੇ ਪੰਜਾਬ ਦੇ ਉੱਪਰ ਕੀ ਅਸਰ ਪੈਣ ਜਾ ਰਿਹਾ। ਪਹਿਲਾ ਸਵਾਲ, ਕੈਪਟਨ ਸਾਹਿਬ ਕਿਉਂ ਗਏ? ਆਫਕੋਰਸ ਇਹੀ ਸਵਾਲ ਮਹੱਤਵਪੂਰਨ ਹੈ ਜੇ ਆਪਾਂ ਵਿਚਾਰ ਕਰੀਏ ਕਿ ਕੈਪਟਨ ਸਾਹਿਬ ਕਿਉਂ ਗਏ। ਹਾਲਾਂਕਿ ਇਹਦੇ ਬਾਰੇ ਕਾਫੀ ਸਾਰੀਆਂ ਧਾਰਨਾਵਾਂ, ਗੱਲਾਂ ਹੋ ਰਹੀਆਂ ਨੇ, ਲੇਕਿਨ ਉਹਨਾਂ ਸਾਰੀਆਂ ਅਗਰ ਗੱਲਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ 3 ਪੁਆਇੰਟ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ। ਕਿਤੇ ਨਾ ਕਿਤੇ 3 ਪੁਆਇੰਟ ਆਪਸ ਦੇ ਵਿੱਚ ਜੁੜੇ ਹੋਏ ਨੇ, ਲੇਕਿਨ ਜੇ ਤੁਸੀਂ ਦੇਖੋਗੇ ਤਾਂ ਇਹ 3 ਪੁਆਇੰਟ ਨੇ ਜਿਹੜੇ ਬੇਸਿਕਲੀ ਜਿੰਨਾ ਕਰਕੇ ਕੈਪਟਨ ਸਾਹਿਬ ਨੂੰ ਆਪਣੀ ਗੱਦੀ ਛੱਡਣੀ ਪਈ। ਰਾਦਰ ਮੈਂ ਛੱਡਣੀ ਪਈ ਸ਼ਬਦ ਨੂੰ ਇਸ ਕਰਕੇ ਰਿਪੀਟ ਕਰ ਰਿਹਾ ਕਿਉਂਕਿ ਅਸੀਂ ਜਾਣਦੇ ਹਾਂ ਕੈਪਟਨ ਸਾਹਿਬ ਉਹਨਾਂ ਦਾ ਮਨ ਨਹੀਂ ਸੀ ਅਸਤੀਫਾ ਦੇਣ ਦਾ। ਇੱਕ ਤਰੀਕੇ ਦੇ ਨਾਲ ਧੱਕੇ ਨਾਲ ਉਹਨਾਂ ਕੋਲੋਂ ਇਹ ਅਸਤੀਫਾ ਲਿਆ ਗਿਆ। ਤਾਂ ਕਿਹੜੇ ਕਾਰਨ ਬਣੇ, ਆਓ ਆਪਾਂ ਦੇਖਦੇ ਹਾਂ। ਨੰਬਰ 1, ਸਭ ਤੋਂ ਪਹਿਲਾ ਕਾਰਨ ਜਿਹੜਾ ਹੈ, ਕਿਹਾ ਜਾ ਰਿਹਾ ਕਿ ਉਹਨਾਂ ਦੇ ਜਿਹੜੇ MLAs ਸਨ, ਵਿਧਾਇਕ ਸਨ ਜਿਹੜੇ ਕਿ ਪੰਜਾਬ ਦੇ, ਉਹਨਾਂ ਦੇ ਅੰਦਰ ਕੈਪਟਨ ਸਾਹਿਬ ਪ੍ਰਤੀ ਕਾਫੀ ਤਰੀਕੇ ਦੀਆਂ ਨਾਰਾਜ਼ਗੀਆਂ ਪਾਈਆਂ ਗਈਆਂ ਸਨ। ਉਹ ਕਾਫੀ ਕਾਰਨਾਂ ਕਰਕੇ ਕੈਪਟਨ ਸਾਹਿਬ ਨਾਲ ਨਾਰਾਜ਼ ਚੱਲ ਰਹੇ ਸਨ। ਸਭ ਤੋਂ ਵੱਡੀ ਤਾਂ ਕੈਪਟਨ ਸਾਹਿਬ ਦੀ ਸ਼ੁਰੂ ਤੋਂ ਇੱਕ ਦਿੱਕਤ ਰਹੀ ਕਿ ਉਹ ਕਦੇ ਵੀ ਆਪਣੇ ਵਿਧਾਇਕਾਂ ਨੂੰ ਮਿਲਦੇ ਨਹੀਂ ਸੀ। ਰਦਰ ਵਿਧਾਇਕਾਂ ਨਾਲੋਂ ਜ਼ਿਆਦਾ ਵਿਸ਼ਵਾਸ ਉਹ ਬਿਊਰੋਕ੍ਰੇਸੀ ਉੱਪਰ ਕਰਦੇ ਸਨ, ਔਰ ਉਹਨਾਂ ਦੀ ਬਿਊਰੋਕ੍ਰੇਸੀ ਜਿਹੜੀ ਸੀ ਉਹ ਆਪਣੀਆਂ ਡਿਸਕ੍ਰਿਸ਼ਨਰੀ ਪਾਵਰਸ ਨੂੰ ਬਹੁਤ ਜ਼ਿਆਦਾ ਇਸਤੇਮਾਲ ਕਰਦੀ ਸੀ, ਔਰ ਕਈ ਵਾਰੀ MLAs ਜਿਹੜੇ ਨੇ ਹਲਕੇ ਦੇ ਵਿੱਚ ਉਹਨਾਂ ਦੀ ਵੀ ਗੱਲ ਨਹੀਂ ਸੀ ਸੁਣਦੇ। ਹਾਂ, ਠੀਕ ਹੈ ਕਿ ਇਹਦੇ ਵਿੱਚ ਵਿਧਾਇਕਾਂ ਦੇ ਕਦੇ ਆਪਣੇ ਮਤਲਬ ਕਿ ਵੈਸਟਡ ਇੰਟਰਸਟ ਹੁੰਦੇ ਆ, ਉਹਨਾਂ ਦੇ ਗੁੱਜੇ ਮਤਲਬ ਕਿ ਉਹਨਾਂ ਦੀਆਂ ਆਪਣੀਆਂ ਅਸੀਂ ਕਹਿ ਸਕਦੇ ਹਾਂ ਰਾਜਨੀਤਿਕ ਤੌਰ ਦੇ ਉੱਪਰ ਉਹਨਾਂ ਨੇ ਕਈ ਆਪਣੇ ਇਹੋ ਜਿਹੇ ਕੰਮ ਵੀ ਕਰਾਣੇ ਹੁੰਦੇ ਆ ਜਿਹੜੇ ਭਾਵੇਂ ਲੀਗਲੀ ਠੀਕ ਹੋਣ ਜਾਂ ਨਾ ਹੋਣ, ਲੇਕਿਨ ਉਹ ਚਾਹੁੰਦੇ ਜ਼ਰੂਰ ਹੁੰਦੇ ਆ ਕਿ ਬਿਊਰੋਕ੍ਰੇਸੀ ਉਹਨਾਂ ਦੀ ਗੱਲ ਸੁਣੇ, ਅਫਸਰਸ਼ਾਹੀ ਜਾਂ ਪੁਲਿਸ ਮਹਿਕਮਾ ਉਹਨਾਂ ਦੀ ਗੱਲ ਸੁਣੇ। ਜਾਂ ਘੱਟੋ ਘੱਟ ਬਹੁਤ ਸਾਰੇ ਆਪਾਂ ਸਾਰਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਗਲਤ ਕੰਮ ਹੀ ਕਰਵਾਉਣੇ ਹੁੰਦੇ ਆ। ਮੇਬੀ ਕੁਝ ਲੋਕ ਪ੍ਰੋਜੈਕਟ ਲੈ ਕੇ ਵੀ ਉਹਨਾਂ ਕੋਲ ਜਾਂਦੇ ਰਹੇ ਤੇ ਉਹਨਾਂ ਦੀ ਸ਼ਿਕਾਇਤ ਇਹ ਸੀ ਕਿ ਕੈਪਟਨ ਸਾਹਿਬ ਆਪ ਸਾਡੀ ਗੱਲ ਨਹੀਂ ਸੁਣਦੇ ਤੇ ਉਹ ਸਾਨੂੰ ਉਹ ਬਿਊਰੋਕ੍ਰੇਸੀ ਦੇ ਹਵਾਲੇ ਕਰ ਦਿੰਦੇ ਸਨ। ਔਰ ਬਿਊਰੋਕ੍ਰੇਸੀ ਜਿਹੜੀ ਸੀ ਕੈਪਟਨ ਸਾਹਿਬ ਦੇ ਆਲੇ ਦੁਆਲੇ ਇਕੱਠੀ ਹੋਈ, ਉਹ ਬਹੁਤ ਜ਼ਿਆਦਾ ਪੰਜਾਬ ਪੱਖੀ ਨਹੀਂ ਸੀ। ਤਾਂ ਸਭ ਤੋਂ ਵੱਡੀ ਵਜ੍ਹਾ ਇਹ ਸੀ। ਔਰ ਦੂਜਾ, ਸਾਰੇ MLAs ਨੂੰ ਘਬਰਾਹਟ ਹੋ ਰਹੀ ਸੀ ਕਿ ਇਲੈਕਸ਼ਨ ਸਿਰ ਤੇ ਨੇ, ਔਰ ਜੋ ਵੀ ਵਾਅਦੇ ਕੀਤੇ ਗਏ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਤਾਂ ਅਸੀਂ ਨਿਭਾ ਨਹੀਂ ਸਕੇ, ਇਲਾਕਿਆਂ ਦਾ ਵਿਕਾਸ ਨਹੀਂ ਕਰ ਸਕੇ। ਤਾਂ ਹੁਣ ਜਦੋਂ ਅਸੀਂ ਪੰਜਾਬ ਦੇ ਵਿੱਚ ਜਾ ਕੇ ਵੋਟਾਂ ਮੰਗਣੀਆਂ ਤਾਂ ਕਿਹੜੇ ਮੂੰਹ ਨਾਲ ਮੰਗਾਂਗੇ? ਆਫਕੋਰਸ ਚੈਲੰਜ ਤਾਂ ਉਹਨਾਂ ਸਾਹਮਣੇ ਹੀ ਵੱਡਾ ਸੀ, ਕਿਉਂਕਿ ਉੱਪਰੋਂ ਜੋ ਕੁਝ ਚੱਲ ਰਿਹਾ ਸੀ, ਕੈਪਟਨ ਸਾਹਿਬ ਦੀ ਸਰਕਾਰ ਦੀ ਇਮੇਜ ਕੋਈ ਬਹੁਤ ਵਧੀਆ ਨਹੀਂ ਸੀ। ਤਾਂ ਫਿਰ ਲਗਾਤਾਰ ਜਿਹੜੀਆਂ ਸ਼ਿਕਾਇਤਾਂ ਚੱਲ ਰਹੀਆਂ ਸਨ, ਉਹਨਾਂ ਦਾ ਗੁੱਸਾ ਇਕੱਠਾ ਹੁੰਦਾ ਰਿਹਾ, ਔਰ ਗੁੱਸਾ ਜਿਹੜਾ ਸੀ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਕੈਸ਼ ਕੀਤਾ, ਕਿਉਂਕਿ ਉਹ ਖੁਦ ਵੀ ਬਹੁਤ ਨਾਰਾਜ਼ ਸਨ ਕੈਪਟਨ ਸਾਹਿਬ ਦੇ ਨਾਲ। ਤਾਂ ਆਖਰੀ ਮੌਕੇ ਦੇ ਉੱਪਰ ਹੁਣ ਇਹ ਗੱਲ ਕਿਤੋਂ ਛੁਪੀ ਨਹੀਂ ਕਿ ਪੂਰੀ ਦੀ ਪੂਰੀ ਜਿਹੜੀ ਇੱਦਾਂ ਕਹੋ ਕਿ ਵਿਧਾਇਕਾਂ ਦੀ ਵੱਡੀ ਗਿਣਤੀ ਜਿਹੜੀ ਸੀ ਉਹ ਕੈਪਟਨ ਸਾਹਿਬ ਦੇ ਖਿਲਾਫ ਹੋ ਚੁੱਕੀ ਸੀ, ਔਰ ਉਹਨਾਂ ਦੇ ਦਬਾਅ ਥੱਲੇ ਲੱਗ ਪਿਆ ਸੀ ਕਿ ਕਾਫੀ ਸਾਰੇ ਵਿਧਾਇਕ ਟੁੱਟ ਕੇ ਹੋਰ ਪਾਰਟੀਆਂ ਵਿੱਚ ਚਲੇ ਜਾਣਗੇ। ਤਾਂ ਉਹਨਾਂ ਦੇ ਦਬਾਅ ਥੱਲੇ ਹਾਈ ਕਮਾਂਡ ਨੂੰ ਇੱਕ ਤਾਂ ਇਹ ਫੈਸਲਾ ਲੈਣਾ ਪਿਆ। ਦੂਜਾ, ਜਿਵੇਂ ਕਿ ਮੈਂ ਪਿੱਛੇ ਜ਼ਿਕਰ ਕੀਤਾ ਹੈ,
ਕੈਪਟਨ ਸਾਹਿਬ ਨੇ ਅੱਜ ਤੋਂ 4.5 ਸਾਲ ਪਹਿਲਾਂ ਜਿਹੜੇ ਹਾਲਾਤਾਂ ਦੇ ਵਿੱਚ ਸਰਕਾਰ ਬਣਾਈ, ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ। ਜੇ ਤੁਹਾਨੂੰ ਯਾਦ ਹੋਵੇ ਤਾਂ ਉਸ ਵੇਲੇ ਪੰਜਾਬ ਬਹੁਤ ਬੁਰੀ ਤਰ੍ਹਾਂ, ਮਤਲਬ ਕਿ ਇਦਾਂ ਕਹੋ ਕਿ ਤਰਥੱਲੀ ਦੀ ਸਥਿਤੀ ਵਿੱਚ ਸੀ। ਸਭ ਤੋਂ ਵੱਡਾ ਮੁੱਦਾ ਸੀ ਨਸ਼ੇ, ਚਿੱਟਾ। ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਚਿੱਟੇ ਨਾਲ ਮਰ ਰਹੇ ਸਨ ਔਰ ਕਿਹਾ ਜਾ ਰਿਹਾ ਸੀ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਮਾਫੀਆ ਜਿਹੜਾ ਹੈ ਪੰਜਾਬ ਦੇ ਉੱਪਰ ਕਬਜ਼ਾ ਕਰ ਚੁੱਕਿਆ ਹੈ ਔਰ ਸਾਰਾ ਪੈਸਾ ਮਾਫੀਆ ਨੂੰ ਜਾ ਰਿਹਾ, ਪੰਜਾਬ ਸਰਕਾਰ ਨੂੰ ਨਹੀਂ ਜਾ ਰਿਹਾ ਔਰ ਇੱਕ ਤਰੀਕੇ ਨਾਲ ਪੰਜਾਬ ਨੂੰ ਮਾਫੀਆ ਚਲਾ ਰਿਹਾ ਸੀ। ਤਾਂ ਕੈਪਟਨ ਸਾਹਿਬ ਪੰਜਾਬੀਆਂ ਨੂੰ ਇਹੋ ਜਿਹੀ ਸਥਿਤੀ ਵਿੱਚੋਂ ਕੱਢਣ ਦੇ ਵਾਅਦੇ ਨਾਲ ਸਰਕਾਰ ਬਣਾਈ। ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਨੇ ਬਕਾਇਦਾ ਸ਼੍ਰੀ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਸਹੁੰ ਖਾਧੀ ਸੀ ਕਿ ਮੈਂ ਨਸ਼ੇ ਖਤਮ ਕਰ ਦਿਆਂਗਾ, ਪਰ 4.5 ਸਾਲਾਂ ਵਿੱਚ ਵੀ ਨਸ਼ੇ ਖਤਮ ਨਹੀਂ ਹੋਏ ਔਰ ਈਵਨ ਜੋ ਨੌਕਰੀਆਂ ਦੇ ਉਹਨਾਂ ਨੇ ਵਾਅਦੇ ਕੀਤੇ ਸੀ, ਇਹ ਠੀਕ ਹੈ ਕਿ ਪੋਸਟਰ ਵੱਡੇ ਵੱਡੇ ਲੱਗੇ, ਲੇਕਿਨ ਗਰਾਊਂਡ ਰਿਐਲਿਟੀ ਅਸੀਂ ਜਾਣਦੇ ਹਾਂ ਕਿ ਉਹ ਵਾਅਦੇ ਉਹ ਵੀ ਪੂਰੇ ਨਹੀਂ ਸੀ ਹੋਏ। ਇਹ ਗੱਲ ਸਾਰੇ ਕਾਂਗਰਸੀ ਖੁਦ ਮੰਨਦੇ ਨੇ ਕਿ ਕੋਈ ਵਾਅਦਾ ਜਿਹੜਾ ਸਨ ਉਹ ਕੈਪਟਨ ਸਾਹਿਬ ਪੂਰੇ ਨਹੀਂ ਕਰ ਸਕੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵਾਰ-ਵਾਰ ਕੈਪਟਨ ਸਾਹਿਬ ਦੇ ਉੱਪਰ, ਭਾਵ ਆਪਣੀ ਹੀ ਸਰਕਾਰ ਦੇ ਉੱਪਰ ਉਹਨਾਂ ਦੇ ਫੇਲ ਹੋ ਜਾਣ ਦੇ ਇਲਜ਼ਾਮ ਲਗਾਏ ਔਰ ਇਸ ਤੋਂ ਇਲਾਵਾ ਉਹਨਾਂ ਨੇ ਤਾਂ 2-3 ਵਾਰੀ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸਰਕਾਰ ਬਦਲੀ ਹੀ ਨਹੀਂ, ਬੇਸਿਕਲੀ ਅਕਾਲੀ ਹੀ ਸਰਕਾਰ ਚਲਾ ਰਹੇ ਨੇ ਔਰ ਇਹ 75 ਤੇ 25 ਦੀ ਰੇਸ਼ੋ ਨਾਲ ਸਰਕਾਰ ਚੱਲ ਰਹੀ ਹੈ। ਔਰ ਹੁਣ ਜਿੰਨੇ ਵੀ ਮਾਫੀਆ ਹੈ ਉਹ ਸਾਰੇ ਦਾ ਸਾਰਾ ਕਾਂਗਰਸ ਦੇ ਲੋਕਾਂ ਦੇ ਅੰਡਰ ਹੋ ਗਿਆ ਤੇ ਉਹਦੇ ਵਿੱਚੋਂ 75% ਹਿੱਸਾ ਉਹ ਰੱਖ ਰਿਹਾ ਹੈ, 25% ਮਾਫੀਆ ਅੱਜ ਵੀ ਅਕਾਲੀ ਦਲ ਨਾਲ ਜੁੜਿਆ ਹੋਇਆ। ਇਹ ਬਹੁਤ ਵੱਡਾ ਇਲਜ਼ਾਮ ਸੀ ਜਿਸ ਨੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਇਮੇਜ ਨੂੰ ਵੱਡੇ ਪੱਧਰ ਦੇ ਉੱਪਰ ਖੋਰਾ ਲਾਇਆ। ਔਰ ਤੀਜਾ, ਕੈਪਟਨ ਸਾਹਿਬ ਦੇ ਉੱਪਰ ਸਭ ਤੋਂ ਜਿਹੜਾ ਵੱਡਾ ਇਲਜ਼ਾਮ ਲੱਗ ਰਿਹਾ ਸੀ, ਖਾਸ ਕਰਕੇ ਹੇਠਲੇ ਲੈਵਲ ਦੇ ਉੱਪਰ ਕਾਡਰ ਦੇ ਵਿੱਚ ਜਿਹੜੀ ਭਾਵਨਾ ਜਾ ਰਹੀ ਸੀ ਜਾਂ MLAs ਦੇ ਵਿੱਚ ਜਾਂ ਪਾਰਟੀ ਦੇ ਵਰਕਰ ਦੇ ਵਿੱਚ, ਉਹ ਇਹ ਸੀ ਕਿ ਕੈਪਟਨ ਸਾਹਿਬ ਕਿਤੇ ਨਾ ਕਿਤੇ ਅੰਦਰ ਖਾਤੇ ਅਕਾਲੀਆਂ ਨਾਲ ਤੇ ਆਖਰੀ 1 ਸਾਲ ਦੇ ਵਿੱਚ ਇਹ ਵੀ ਕਿਹਾ ਜਾਣ ਲੱਗ ਪਿਆ ਸੀ ਕਿ ਉਹ ਭਾਜਪਾ ਨਾਲ ਮਿਲੇ ਹੋਏ ਨੇ। ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਰਾਜਨੀਤੀ ਦੇ ਇਹੋ ਜਿਹੇ ਸੱਚ ਕਦੇ ਵੀ ਬਾਹਰ ਨਹੀਂ ਆਉਂਦੇ, ਲੋਕਾਂ ਦੀਆਂ ਪਰਸੈਪਸ਼ਨਾਂ ਹੀ ਹੁੰਦੀਆਂ ਨੇ, ਲੋਕ ਮੰਨ ਹੀ ਲੈਂਦੇ ਨੇ ਕਿਸੇ ਗੱਲ ਨੂੰ। ਤਾਂ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਇਹ ਮੰਨਣ ਲੱਗ ਪਏ ਸਨ ਕਿ ਕੈਪਟਨ ਸਾਹਿਬ ਤੇ ਅਕਾਲੀ ਅੰਦਰ ਖਾਤੇ ਮਿਲੇ ਹੋਏ ਨੇ। ਉਹਦੇ ਕਾਫੀ ਸਾਰੇ ਕਾਰਨ ਬਣੇ ਜਿਨ੍ਹਾਂ ਤੋਂ ਲੋਕਾਂ ਦਾ ਇਹ ਸ਼ੱਕ ਪੱਕਾ ਹੁੰਦਾ ਗਿਆ। ਸਭ ਤੋਂ ਵੱਡਾ ਸੀ ਜਿਵੇਂ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੀਆਂ ਘਟਨਾਵਾਂ ਹੋਈਆਂ ਔਰ ਉਸ ਦੇ ਨਾਲ ਜਿਵੇਂ ਸਾਜ਼ਿਸ਼ਾਂ ਦਾ ਦੌਰ ਚੱਲਦਾ ਰਿਹਾ ਔਰ ਉਸ ਤੋਂ ਬਾਅਦ ਜਿਵੇਂ ਹਾਈ ਕੋਰਟ ਦੇ ਵਿੱਚ ਕੇਸ ਉਡਾਇਆ ਗਿਆ। ਇਹ ਸਾਰੀਆਂ ਘਟਨਾਵਾਂ ਦਾ ਇਲਜ਼ਾਮ ਕੈਪਟਨ ਸਾਹਿਬ ਤੇ ਲੱਗਿਆ ਕਿ ਕੈਪਟਨ ਸਾਹਿਬ ਨੇ ਅਕਾਲੀਆਂ ਨੂੰ ਬਚਾਉਣ ਦੇ ਲਈ, ਬਾਦਲ ਪਰਿਵਾਰ ਨੂੰ ਬਚਾਉਣ ਦੇ ਲਈ ਉਹਨਾਂ ਨੇ ਸਾਰਾ ਕੁਝ ਮੈਨੇਜ ਕੀਤਾ ਔਰ ਅਤੁਲ ਨੰਦਾ ਜਿਹੜੇ ਕਿ ਉਹਨਾਂ ਅਸਤੀਫਾ ਦੇ ਚੁੱਕੇ ਨੇ, ਜਿਹੜੇ ਕਿ ਸਾਡੇ ਲਾ ਦਾ ਸਾਰਾ ਕੰਮ ਦੇਖ ਰਹੇ ਸਨ ਕੈਪਟਨ ਸਰਕਾਰ ਵੱਲੋਂ, ਤਾਂ ਉਹਨਾਂ ਦੇ ਉੱਪਰ ਇਲਜ਼ਾਮ ਲੱਗਾ ਕਿ ਉਹਨਾਂ ਨੇ ਬਕਾਇਦਾ ਸੰਡ-ਗੰਢ ਕਰਕੇ ਅਕਾਲੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਇੱਕ ਬਹੁਤ ਵੱਡਾ। ਔਰ ਮਾਫੀਏ ਦੇ ਬਾਰੇ ਤਾਂ ਖੁਦ ਨਵਜੋਤ ਸਿੰਘ ਸਿੱਧੂ ਵੀ ਕਹਿ ਚੁੱਕੇ ਸਨ ਕਿ ਅਕਾਲੀਆਂ ਦਾ ਮਾਫੀਆ ਹੈ ਪੈਦਾ ਕੀਤਾ ਹੋਇਆ ਔਰ ਚੱਲ ਰਿਹਾ ਕੈਪਟਨ ਸਾਹਿਬ ਨਾਲ ਮਿਲ ਕੇ ਔਰ ਕੈਪਟਨ ਸਾਹਿਬ ਵੱਡੇ ਪੱਧਰ ਦੇ ਉੱਪਰ ਜਿਹੜੇ ਨੇ ਉਹ ਇਸ ਦੇ ਵਿੱਚ ਉਹਨਾਂ ਦੇ ਮੰਤਰੀ ਜਾਂ ਉਹ ਆਪ ਪੈਸਾ ਕਮਾ ਰਹੇ ਨੇ। ਇਹ ਇਲਜ਼ਾਮ ਉਹਨਾਂ ਤੇ ਲੱਗਦੇ ਰਹੇ। ਇਲਜ਼ਾਮਾਂ ਦੇ ਇਸ ਸਾਰੇ ਰੌਲੇ ਗੋਲੇ ਨੇ ਕੈਪਟਨ ਸਾਹਿਬ ਦੀ ਇਮੇਜ ਬਹੁਤ ਖਰਾਬ ਕੀਤੀ। ਇਹ ਠੀਕ ਹੈ ਕਿ ਅੱਜ ਬਹੁਤ ਸਾਰੀਆਂ ਗੱਲਾਂ ਪ੍ਰੂਵ ਹੋ ਚੁੱਕੀਆਂ ਹੋਣਗੀਆਂ, ਜਿਵੇਂ ਕਿ ਹੁਣੇ 2-3 ਦਿਨ ਪਹਿਲਾਂ, ਸ਼ਾਇਦ ਪਰਸੋਂ ਹੀ, ਮੁਸਤਫਾ ਸਾਹਿਬ ਜਿਹੜੇ ਕਿ ਇੱਕ ਪੁਲਿਸ ਅਫਸਰ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਔਰ ਕੈਪਟਨ ਸਾਹਿਬ ਨਾਲ ਨਾਰਾਜ਼ ਚੱਲ ਰਹੇ ਸਨ, ਉਹਨਾਂ ਨੇ ਓਪਨਲੀ ਇਲਜ਼ਾਮ ਲਗਾਇਆ ਕੈਪਟਨ ਸਾਹਿਬ ਦੇ ਉੱਪਰ। ਉਹਨਾਂ ਨੇ ਟਵੀਟ ਕੀਤਾ ਕਿ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਸੀ ਉਹ ਪੰਜਾਬ ਤੋਂ ਬਾਹਰ ਗਿਆ ਔਰ ਉਹਨਾਂ ਨੇ ਉਰੂਸਾ ਦੇ ਬਾਰੇ ਵੀ ਓਪਨਲੀ ਕਿਹਾ ਕਿ ਤੁਸੀਂ ਉਰੂਸਾ ਤੁਹਾਡੇ ਕੋਲੇ ਰਹਿੰਦੀ ਰਹੀ, ਤੁਹਾਡੇ ਨਾਲ ਸੌਂਦੀ ਰਹੀ। ਉਹਨਾਂ ਨੇ ਇਹੋ ਜਿਹੇ ਇਲਜ਼ਾਮ ਵੀ ਉਹਨਾਂ ਤੇ ਲਗਾਏ। ਤਾਂ ਇਹ ਸਾਰੇ ਇਲਜ਼ਾਮਾਂ ਨੇ ਕੈਪਟਨ ਸਾਹਿਬ ਦੀ ਇਮੇਜ ਇੰਨੀ ਖਰਾਬ ਕਰ ਦਿੱਤੀ ਕਿ ਸੈਂਟਰ ਨੂੰ ਫਿਕਰ ਪੈ ਗਿਆ ਸੀ ਕਿ ਜੇ ਕੈਪਟਨ ਸਾਹਿਬ ਰਹੇ ਤਾਂ ਕਿਸੇ ਵੀ ਤਰੀਕੇ ਨਾਲ ਆਉਂਦੇ ਇਲੈਕਸ਼ਨਾਂ ਦੇ ਵਿੱਚ ਉਹ ਪੰਜਾਬ ਵਿੱਚ ਸਰਕਾਰ ਨਹੀਂ ਕੱਢ ਪਾਉਣਗੇ। ਔਰ ਇਕੱਲਾ ਪੰਜਾਬ ਹੀ ਸੀ ਉਹਨਾਂ ਕੋਲੇ ਬਚਿਆ ਹੋਇਆ ਜਿਹੜੀ ਸਟੇਟ ਨੂੰ ਉਹ ਪ੍ਰਾਊਡਲੀ ਕਹਿ ਸਕਦੇ ਸਨ ਕਿ ਸਾਡੇ ਕੋਲੇ ਪੂਰਨ ਬਹੁਮਤ ਹੈ ਔਰ ਸਾਡੀ ਪੂਰੀ ਤਾਕਤ ਹੈ। ਰੈਦਰ ਕਿਤੇ ਨਾ ਕਿਤੇ ਪੰਜਾਬ ਦੀ ਕਾਂਗਰਸ ਨੂੰ ਦੇਸ਼ ਦੇ ਵਿੱਚ ਇੱਕ ਮਾਡਲ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਕਿ ਡਟ ਕੇ ਖੜੀ ਹੈ। ਤਾਂ ਉਸ ਵੇਲੇ ਫਿਰ ਕਾਂਗਰਸ ਨੂੰ ਘਬਰਾਹਟ ਹੋਣੀ ਸੁਭਾਵਿਕ ਸੀ। ਔਰ ਫਿਰ ਆਫ ਕੋਰਸ ਸਾਰੇ ਜਿਹੜੀ ਇਹ ਘਬਰਾਹਟ ਸੀ ਕਾਂਗਰਸ ਦੇ ਅੰਦਰ ਦੀ, ਭਾਵੇਂ ਉਹ ਹੇਠਲੇ ਕਾਡਰ ਦੀ ਸੀ, ਚਾਹੇ ਉਹ MLAs ਦੀ ਸੀ, ਚਾਹੇ ਉਹ ਹਾਈ ਕਮਾਂਡ ਦੀ ਸੀ, ਸਿੱਧੂ ਸਾਹਿਬ ਨੇ ਉਸ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਐਕਸਪਲੋਰ ਕੀਤਾ ਔਰ ਉਹਨਾਂ ਨੇ ਇੱਦਾਂ ਕਹੋ ਕਿ ਕੋਈ ਮੌਕਾ ਛੱਡਿਆ ਨਹੀਂ ਉਹਨਾਂ ਨੇ ਕੈਪਟਨ ਸਾਹਿਬ ਨੂੰ ਥੱਲੇ ਲਾਉਣ ਦਾ ਔਰ ਆਖਰ ਦੇ ਤੌਰ ਦੇ ਉੱਪਰ ਉਹਨਾਂ ਦੀ ਜਿਹੜੀ ਇਹ ਕੋਸ਼ਿਸ਼ ਸੀ ਉਹ ਰੰਗ ਲੈ ਕੇ ਆਈ। ਲੇਕਿਨ ਆਪਾਂ ਇਸ ਦੇ ਵਿੱਚ ਸਾਰਾ ਦੋਸ਼ ਸਿੱਧੂ ਸਾਹਿਬ ਨੂੰ ਨਹੀਂ ਦੇ ਸਕਦੇ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਬਤੌਰ ਮੁੱਖ ਮੰਤਰੀ ਕੈਪਟਨ ਸਾਹਿਬ ਦਾ ਇਹ ਜਿਹੜਾ ਕਾਰਜਕਾਲ ਸੀ
ਉਹ ਬਹੁਤ ਵਧੀਆ ਨਹੀਂ ਰਿਹਾ ਪੰਜਾਬ ਦੇ ਲਈ। ਕੰਮ ਨਾ ਕਰ ਪਾਉਂਦੇ ਤਾਂ ਇਹ ਬਹੁਤ ਵੱਡੀ ਗੱਲ ਨਹੀਂ ਸੀ। ਅਤੀਤ ਵਿੱਚ ਵੀ ਕਿੰਨੇ ਕੁ ਮੁੱਖ ਮੰਤਰੀਆਂ ਨੇ ਪੰਜਾਬ ਦਾ ਕੀ ਸਵਾਰਿਆ, ਲੇਕਿਨ ਉਹਨਾਂ ਉੱਪਰ ਜਿਹੜੇ ਇਹ ਇਲਜ਼ਾਮ ਲੱਗਣਾ ਕਿ ਉਹ ਵਿਰੋਧੀਆਂ ਨਾਲ ਰਲੇ ਹੋਏ ਨੇ ਔਰ ਉਹ ਸੈਂਟਰ ਨਾਲ ਰਲੇ ਹੋਏ ਨੇ, ਇਹ ਪੰਜਾਬੀਆਂ ਤੋਂ ਸਹਿਨ ਨਹੀਂ ਹੋਇਆ। ਮੈਂ ਤੁਹਾਨੂੰ ਇਹ ਗੱਲ ਧਿਆਨ 'ਚ ਤੁਹਾਡੇ 'ਚ ਲੈ ਕੇ ਆਉਣਾ ਚਾਹਾਂਗਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਸੈਂਟਰ ਪ੍ਰਤੀ ਇੱਕ ਬਹੁਤ ਵੱਡੀ ਨਾਰਾਜ਼ਗੀ ਚੱਲ ਰਹੀ ਹੈ। ਅਫਕੋਰਸ ਉਹ ਕਿਸਾਨ ਬਿੱਲਾਂ ਨੂੰ ਲੈ ਕੇ ਚੱਲ ਰਹੀ ਹੈ। ਪੰਜਾਬ ਦੇ ਲੋਕਾਂ ਦੇ ਲਈ ਦਿੱਲੀ ਵੈਸੇ ਵੀ ਕੋਈ ਬਹੁਤ ਜ਼ਿਆਦਾ ਹਮੇਸ਼ਾ ਸਾਡੇ ਲਈ ਕੋਈ ਸਾਡੇ ਦਿਲਾਂ 'ਚ ਨਹੀਂ ਵਸੀ ਹੋਈ। ਸਾਡੇ ਲੀਡਰਾਂ ਨੂੰ ਦਿੱਲੀ ਜ਼ਰੂਰ ਰਾਸ ਆਉਂਦੀ ਹੈ, ਲੇਕਿਨ ਆਮ ਪੰਜਾਬੀ ਜਿਹੜੇ ਨੇ ਉਹਨਾਂ ਲਈ ਦਿੱਲੀ ਦੂਰ ਹੈ। ਅਸੀਂ ਮਜ਼ਾਕ 'ਚ ਅਕਸਰ ਹੀ ਕਹਿੰਦੇ ਹੁੰਦੇ ਹਾਂ ਕਿ ਸਾਡੇ ਲਈ ਦਿੱਲੀ ਦੂਰ ਹੈ, ਸਾਡੇ ਲਈ ਕੈਨੇਡਾ ਤੇ ਆਸਟ੍ਰੇਲੀਆ ਨੇੜੇ ਨੇ। ਤਾਂ ਦਿੱਲੀ ਸਾਡੀ ਇੱਦਾਂ ਕਹੀਏ ਕਿ ਅਸੀਂ ਆਪਾਂ ਹੀ ਕਹਿ ਦਿੰਦੇ ਹਾਂ ਕਿ ਦਿੱਲੀ ਕਦੇ ਵੀ ਸਾਡੀ ਸਖੀ ਨਹੀਂ ਹੋਈ। ਪੰਜਾਬੀ ਜਦੋਂ ਵੀ ਸ਼ਾਮ ਨੂੰ 2 ਪੈਗ ਲਾ ਲੈਂਦੇ ਨੇ ਤੇ ਫਿਰ ਜਿਹੜਾ ਲਲਕਾਰਾ ਮਾਰਦੇ ਨੇ, ਤੁਸੀਂ ਦੇਖੋ ਉਸ ਲਲਕਾਰੇ ਦਾ ਕੋਈ ਗਵਾਂਢੀਆਂ ਨਾਲ ਲੜਾਈ ਦੇ ਵਿੱਚ ਕੋਈ ਮਤਲਬ ਨਹੀਂ ਹੁੰਦਾ, ਲੇਕਿਨ ਕਹਿੰਦੇ ਕੀ ਨੇ, ਉਹ ਢਾਹ ਨੂੰ ਦਿੱਲੀ ਦੇ ਕਿੰਗਰੇ। ਘਰ ਦੀ ਲੜਾਈ ਹੈ, ਗੁਆਂਢ ਦੇ ਵਿੱਚ ਲੜਾਈ ਹੈ ਤੇ ਪੀ ਕੇ ਲਲਕਾਰਾ ਮਾਰਿਆ ਜਾਂਦਾ ਢਾਹ ਨੂੰ ਦਿੱਲੀ ਦੇ ਕਿੰਗਰੇ। ਮੱਧਕਾਲੀ ਸਾਡਾ ਅਚੇਤ ਹੀ ਜਿਹੜਾ ਹੈ ਪੰਜਾਬੀਆਂ ਦਾ, ਉਹ ਦਿੱਲੀ ਨਾਲ ਨਹੀਂ ਜੁੜਦਾ। ਔਰ ਕੈਪਟਨ ਸਾਹਿਬ ਦੇ ਉੱਪਰ ਇਹ ਇਲਜ਼ਾਮ ਲੱਗ ਜਾਣਾ, ਉਹ ਵੀ ਉਦੋਂ ਜਦੋਂ ਕਿ ਸਾਡੇ ਪੰਜਾਬ ਦੇ 7 ਲੱਖ ਲੋਕ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ। 1 ਸਾਲ ਹੋ ਚੱਲਿਆ ਲਗਭਗ, ਉੱਥੇ ਮਰ ਗਏ ਨੇ 700 ਦੇ ਕਰੀਬ ਲੋਕ ਮਰ ਚੁੱਕੇ ਨੇ, ਜਾਨਾਂ ਗਵਾ ਚੁੱਕੇ ਨੇ ਔਰ ਸਾਰੇ ਕੰਮ ਧੰਦੇ ਛੱਡ ਕੇ ਲੋਕ ਉੱਥੇ ਬੈਠੇ ਨੇ ਸੜਕਾਂ ਦੇ ਉੱਪਰ ਔਰ ਬਿਲਕੁਲ ਸੈਂਟਰ ਸਰਕਾਰ ਉਹਨਾਂ ਦੀ ਫਿਕਰ ਨਹੀਂ ਕਰ ਰਹੀ। ਔਰ ਇਹੋ ਜਿਹੀ ਸੈਂਟਰ ਸਰਕਾਰ ਦੇ ਨਾਲ ਕੈਪਟਨ ਸਾਹਿਬ ਦਾ ਇਹ ਨਾਮ ਜੁੜ ਜਾਣਾ ਇਹ ਬਹੁਤ ਖਤਰਨਾਕ ਸੀ। ਔਰ ਇਸ ਨਾਮ ਦੇ, ਇਸ ਅੰਦੇਸ਼ੇ ਨੇ, ਇਸ ਡਰ ਨੇ, ਮੈਂ ਫਿਰ ਰਿਪੀਟ ਕਰ ਦਿਆਂ ਕਿ ਇਹ ਇਲਜ਼ਾਮ ਨੇ, ਇਹ ਲੋਕਾਂ ਦੇ ਵਿੱਚ ਪਾਈਆਂ ਹੋਈਆਂ ਪਰਸੈਪਸ਼ਨਸ ਨੇ। ਕਦੇ ਵੀ ਅਸੀਂ ਇਹ ਨਹੀਂ ਜਾਣ ਪਾਵਾਂਗੇ ਕਿ ਕੀ ਸੱਚਮੁੱਚ ਇੱਦਾਂ ਹੋ ਰਿਹਾ ਸੀ ਕਿ ਨਹੀਂ ਹੋ ਰਿਹਾ ਸੀ। ਰਾਜਨੀਤੀ ਵਿੱਚ ਹਮੇਸ਼ਾ ਪਰਸੈਪਸ਼ਨ ਹੀ ਕੰਮ ਕਰਦੀ ਹੈ ਔਰ ਪਰਸੈਪਸ਼ਨ ਇਹ ਬਣ ਚੱਲੀ ਸੀਗੀ ਕਿ ਉਹਨਾਂ ਦੇ ਬੇਟੇ ਰਣਿੰਦਰ ਸਿੰਘ ਜਿਹੜੇ ਨੇ ਉਹ ਈਡੀ ਕੋਲ ਫਸੇ ਹੋਏ ਨੇ ਕੁਝ ਕੇਸਾਂ ਦੇ ਵਿੱਚ ਔਰ ਕੈਪਟਨ ਸਾਹਿਬ ਨੇ ਉਹਨਾਂ ਦੇ ਨਾਲ ਜਾ ਕੇ ਦਿੱਲੀ ਮੀਟਿੰਗਾਂ ਕੀਤੀਆਂ, ਉਹ ਅਮਿਤ ਸ਼ਾਹ ਜੀ ਨੂੰ ਮਿਲੇ ਔਰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੇ ਉੱਪਰ ਉਹਨਾਂ ਦੀ ਚੁੱਪ ਜਿਹੜੀ ਸੀ ਉਹ ਪੰਜਾਬੀਆਂ ਨੂੰ ਬਹੁਤ ਆਖਰੀ। ਅਕਾਲੀ ਦਲ ਨੇ ਸੰਘਰਸ਼ ਕੀਤਾ, ਆਪ ਨੇ ਸੰਘਰਸ਼ ਕੀਤਾ, ਆਮ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਹ ਸੋਚ ਕੇ ਕਿ ਚੰਡੀਗੜ੍ਹ ਹੱਥੋਂ ਜਾ ਰਿਹਾ ਸੜਕਾਂ ਤੇ ਸਨ ਔਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕੈਪਟਨ ਸਾਹਿਬ ਜਾਂ ਉਹਨਾਂ ਦੇ ਕਿਸੇ ਵੀ ਅਫਸਰ ਨੇ ਪੰਜਾਬ ਯੂਨੀਵਰਸਿਟੀ ਦੇ ਸੰਬੰਧ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ। ਇਹੋ ਜਿਹੀਆਂ ਕਾਫੀ ਘਟਨਾਵਾਂ ਹੋਈਆਂ ਜਿਨ੍ਹਾਂ ਤੋਂ ਲੋਕਾਂ ਨੂੰ ਲੱਗਣ ਲੱਗ ਪਿਆ ਔਰ ਆਖਰੀ ਸਮੇਂ ਵਿੱਚ ਆ ਕੇ ਤਾਂ ਉਹਨਾਂ ਨੇ ਇੱਥੋਂ ਤੱਕ ਹੀ ਕਹਿ ਦਿੱਤਾ ਕਿ ਕਿਸਾਨ ਸਾਨੂੰ ਕਿਉਂ ਤੰਗ ਕਰ ਰਹੇ ਨੇ, ਉਹ ਦਿੱਲੀ ਜਾ ਕੇ ਸਟਰਗਲ ਕਰਨ, ਉਹ ਦਿੱਲੀ ਜਾ ਕੇ ਸੰਘਰਸ਼ ਕਰਨ। ਜਿੱਥੋਂ ਇਹ ਲੱਗਣ ਲੱਗ ਪਿਆ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਤੇ ਕਾਂਗਰਸ ਦੇ ਲੋਕਾਂ ਨੂੰ, ਕਿ ਕੈਪਟਨ ਸਾਹਿਬ ਤਾਂ ਆਪ ਹੀ ਕਾਂਗਰਸ ਦੀ ਬੇੜੀ ਡੁਬੋ ਰਹੇ ਨੇ। ਔਰ ਬਿਨਾਂ ਸ਼ੱਕ ਆਖਰੀ ਜਿਹੜੇ ਸਮੇਂ ਦੇ ਉੱਪਰ ਕੈਪਟਨ ਸਾਹਿਬ ਦੇ ਕੁਝ ਫੈਸਲੇ ਜ਼ਰੂਰ ਸ਼ੱਕੀ ਸਨ, ਜਿੱਥੋਂ ਲੱਗਣ ਲੱਗ ਪਿਆ ਸੀ ਕਿ ਉਹਨਾਂ ਨੂੰ ਕਾਂਗਰਸ ਦਾ ਫਿਕਰ ਨਹੀਂ ਹੈ, ਰੈਦਰ ਉਹ ਇਹੋ ਜਿਹੇ ਕੰਮ ਕਰ ਰਹੇ ਨੇ ਜਿੱਥੋਂ ਕਾਂਗਰਸ ਨੂੰ ਨੁਕਸਾਨ ਹੋ ਜਾਵੇ। ਤਾਂ ਇਹ ਸਾਰੀਆਂ ਪਰਸੈਪਸ਼ਨਸ ਨੇ ਔਰ ਇਹ ਸਾਰੇ ਮਾਹੌਲ ਨੇ ਉਹਨਾਂ ਦੀ ਸਥਿਤੀ ਜਿਹੜੀ ਸੀ ਡਾਮਾਡੋਲ ਕਰਤੀ ਔਰ ਲਗਾਤਾਰ ਵਿਗੜਦੀ ਹੋਈ ਇਮੇਜ ਦੇ ਚੱਲਦੇ ਔਰ ਸੈਂਟਰ ਦੇ ਉੱਪਰ, ਹਾਈ ਕਮਾਂਡ ਦੇ ਉੱਪਰ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਗਿਆ ਕਿ ਹਾਰ ਕੇ ਉਹਨਾਂ ਕੋਲੋਂ ਫੈਸਲਾ ਲੈਣਾ ਪਿਆ। ਉਹਨਾਂ ਨੂੰ ਇੱਕ ਤਰੀਕੇ ਨਾਲ ਕਿਹਾ ਜਾਵੇ ਕਿ ਉਹਨਾਂ ਨੂੰ ਗੱਦੀ ਤੋਂ ਹਟਾਉਣਾ ਪਿਆ ਔਰ ਉਹ ਨਾਰਾਜ਼ ਵੀ ਹੋਏ। ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਵੀ ਕੀਤੀ, ਲੁਕੋਈ ਨਹੀਂ ਔਰ ਇੱਕ ਸਟੇਜ ਦੇ ਉੱਪਰ ਉਹਨਾਂ ਨੇ ਇਹ ਕਹਿ ਕੇ ਖਤਰਾ ਵੀ ਖੜਾ ਕਰਤਾ ਸੀ ਕਿ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ CM ਦਾ ਬਣਾਉਂਦੇ ਹੋ ਤਾਂ ਮੈਂ ਇਸ ਦਾ ਵਿਰੋਧ ਕਰਾਂਗਾ। ਆਫਕੋਰਸ ਉਹਨਾਂ ਦੇ ਨਾਲ ਕੁਝ MLA ਜ਼ਰੂਰ ਹੋਣਗੇ ਔਰ ਕਿਤੇ ਨਾ ਕਿਤੇ ਸੈਂਟਰ ਹਾਈ ਕਮਾਂਡ ਜਿਹੜਾ ਸੀ ਘਬਰਾ ਗਿਆ ਕਿ ਕਿਤੇ ਸਰਕਾਰ ਨਾ ਟੁੱਟ ਜੇ ਔਰ ਕਿਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਨਾ ਲਾਗੂ ਹੋ ਜੇ। ਤਾਂ ਇਸ ਡਰ ਦੇ ਚੱਲਦੇ ਫਿਰ ਜਿਹੜੇ ਸੀ ਉਹ ਕਿਤੇ ਨਾ ਕਿਤੇ ਸਾਰਾ ਕੁਝ ਜਿਹੜਾ ਹੈ ਇੱਕ ਵਾਰੀ ਨਿਬੜ ਗਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਉਹਦੇ ਵਿੱਚ ਕੈਪਟਨ ਸਾਹਿਬ ਦੀ ਵੀ ਥੋੜ੍ਹੀ ਜਿਹੀ ਇੱਜ਼ਤ ਰਹਿ ਗਈ ਔਰ ਆਫਕੋਰਸ ਸਿੱਧੂ ਸਾਹਿਬ ਵੀ ਆਪਣੀ ਤਰੀਕੇ ਦੀ ਗੱਲ ਜਾਂ ਜਿਹੜਾ ਬਾਗੀ ਧੜਾ ਸੀ ਉਹ ਵੀ ਕਿਤੇ ਨਾ ਕਿਤੇ ਆਪਣੀ ਗੱਲ ਮਨਵਾਉਣ ਦੇ ਵਿੱਚ ਸਫਲ ਰਿਹਾ। ਆਫਕੋਰਸ ਇੱਕ ਤਰੀਕੇ ਦੇ ਨਾਲ ਇੱਦਾਂ ਕਹੀਏ ਕਿ ਕਾਂਗਰਸ ਨੇ, ਹਾਈ ਕਮਾਂਡ ਨੇ ਜਾਂ ਕਾਂਗਰਸ ਦੇ ਲੋਕਾਂ ਨੇ ਥੋੜ੍ਹੀ ਜਿਹੀ ਸਿਆਣਪ ਦੇ ਨਾਲ ਮੁੱਦਾ ਸੰਭਾਲ ਲਿਆ। ਉਹ ਅੜੇ ਨਹੀਂ ਕਿਤੇ ਕਿ ਸਿੱਧੂ ਸਾਹਿਬ ਨੂੰ ਹੀ ਬਣਾਉਣਾ ਜਾਂ ਕੈਪਟਨ ਸਾਹਿਬ ਦੇ ਧੜੇ ਦੇ ਕਿਸੇ ਬੰਦੇ ਨੂੰ ਦੁਬਾਰਾ ਬਣਾਉਣਾ, ਤਾਂ ਉਸ ਦੇ ਨਾਲ ਸ਼ਾਇਦ ਪਾਰਟੀ ਦੁਫਾੜ ਵੀ ਹੋ ਸਕਦੀ ਸੀ। ਲੇਕਿਨ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀ ਇਹ ਚੇਂਜ ਕਾਂਗਰਸ ਨੇ ਕੀਤੀ ਹੈ ਇਲੈਕਸ਼ਨਾਂ ਦੇ ਮੌਕੇ ਤੇ, ਇਹਦਾ ਕੋਈ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ। ਆਓ ਪਹਿਲਾਂ ਆਪਾਂ ਚਰਨਜੀਤ ਚੰਨੀ ਹੋਰਾਂ ਦੀ ਪਰਸਨੈਲਿਟੀ ਨੂੰ ਸਟੱਡੀ ਕਰਦੇ ਹਾਂ ਔਰ ਦੇਖਦੇ ਹਾਂ ਕਿ ਉਹ ਕੀ ਕਰ ਸਕਦੇ ਨੇ। ਚਰਨਜੀਤ ਚੰਨੀ ਸਾਹਿਬ ਜਿਹੜੇ ਹੁਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ, ਪਹਿਲੀ ਗੱਲ ਤਾਂ ਅਸੀਂ ਉਹਨਾਂ ਬਾਰੇ ਇਹ ਸਮਝ ਲਈਏ ਕਿ ਉਹਨਾਂ ਦਾ ਰਾਜਨੀਤੀ ਦਾ ਬਹੁਤ ਜ਼ਿਆਦਾ ਅਨੁਭਵ ਨਹੀਂ ਹੈ ਔਰ ਕੋਈ ਬਹੁਤ ਵੱਡੀ ਸੀਟ ਦੇ ਉੱਪਰ ਜਾਂ ਬਹੁਤ ਵੱਡੀ ਕਮਾਂਡਿੰਗ ਉਹਨਾਂ ਦਾ ਐਕਸਪੀਰੀਅੰਸ ਨਹੀਂ ਹੈ। ਆਫਕੋਰਸ ਉਹ ਪੜ੍ਹੇ ਲਿਖੇ ਇਨਸਾਨ ਨੇ
ਔਰ ਉਹਨਾਂ ਨੇ ਆਪਣੇ ਹੁਣ ਜਿਹੜਾ ਅਹੁਦਾ ਉਹਨਾਂ ਕੋਲੇ ਸੀ ਜੇਲ੍ਹ ਦਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਉਹਨਾਂ ਨੇ ਕਾਫੀ ਅੱਛੀ ਕਾਰਗੁਜ਼ਾਰੀ ਦਿਖਾਈ ਹੈ। ਜੇ ਪੰਜਾਬ ਦੇ ਵਿੱਚ ਤੁਸੀਂ ਕੈਪਟਨ ਸਰਕਾਰ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਉਤਸਵ ਮਨਾਏ, ਉਹ ਉਹਨਾਂ ਨੇ ਲੀਡ ਕੀਤੇ ਸਨ ਔਰ ਅੱਛੀ ਮੈਨੇਜਮੈਂਟ ਉਹਨਾਂ ਨੇ ਦਿਖਾਈ। ਲੇਕਿਨ ਫਿਰ ਵੀ ਜੇ ਆਪਾਂ ਕਹੀਏ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਕੁਰਸੀ ਸੰਭਾਲਣ ਦੀ ਪੋਜੀਸ਼ਨ ਦੇ ਵਿੱਚ ਆ ਚੁੱਕੇ ਸਨ, ਨਹੀਂ ਅਜਿਹਾ ਕਹਿਣਾ ਜਿਹੜਾ ਠੀਕ ਨਹੀਂ ਹੋਏਗਾ। ਇਸ ਦੇ ਨਾਲ ਕੀ ਹੋਏਗਾ ਕਿ ਉਹਨਾਂ ਦੇ ਉੱਪਰ ਐਕਸਪੈਕਟੇਸ਼ਨਸ ਵੱਧ ਜਾਣਗੀਆਂ। ਔਰ ਲੇਕਿਨ ਸਾਨੂੰ ਘੱਟੋ ਘੱਟ ਮੈਨੂੰ ਇੱਦਾਂ ਲੱਗਦਾ ਕਿ ਚੰਨੀ ਸਾਹਿਬ ਨੇ ਜਿਹੜੇ ਮਾਹੌਲ ਦੇ ਵਿੱਚ ਇਹ ਕੁਰਸੀ ਲਈ ਹੈ, ਉਹਨਾਂ ਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਨੇ। ਪਹਿਲੀ ਗੱਲ ਤਾਂ ਇਹ ਸਮਝੀਏ ਕਿ ਉਹ ਬਹੁਤ ਜ਼ਿਆਦਾ ਅਨੁਭਵੀ ਨੇ ਔਰ ਉਹ ਕਾਂਗਰਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਧੜਾ ਆਪਣਾ ਧੜਾ ਨਹੀਂ ਹੈ। ਆਫਕੋਰਸ ਉਸ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਧੜੇ ਨਾਲ ਸੰਬੰਧਿਤ ਨੇ, ਲੇਕਿਨ ਉਹਨਾਂ ਦਾ ਆਪਣਾ ਕੋਈ ਬਹੁਤ ਜ਼ਿਆਦਾ ਧੜਾ ਨਹੀਂ ਹੈ। ਤਾਂ ਇਹ ਬਹੁਤ ਸਾਰੇ ਚੈਲੰਜ ਉਹਨਾਂ ਦੇ ਅੱਗੇ ਖੜੇ ਰਹਿਣਗੇ। ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਉਹਨਾਂ ਕੋਲ ਸਿਰਫ 100 ਦਿਨ ਨੇ ਕੰਮ ਕਰਨ ਦੇ ਲਈ। 100 ਦਿਨ ਤਾਂ ਬਿਲਕੁਲ ਰਾਜਕਾਜ ਨੂੰ ਸਮਝਣ ਦੇ ਹੀ ਲੱਗ ਜਾਂਦੇ ਨੇ, ਬਿਊਰੋਕ੍ਰੇਸੀ ਦਾ ਸਾਰਾ ਸਿਸਟਮ ਬਣਾਉਂਦੇ ਹੋਏ ਔਰ ਇੱਕ ਸੈਟਅਪ ਖੜਾ ਕਰਦੇ ਹੀ ਲੱਗ ਜਾਂਦੇ ਨੇ। ਜ਼ਾਹਿਰ ਹੈ ਉਹ ਇਹਨਾਂ 100 ਦਿਨਾਂ ਦੇ ਵਿੱਚ ਉਹ ਕੁਝ ਵੀ ਨਹੀਂ ਕਰ ਪਾਉਣਗੇ। ਔਰ ਉਹਨਾਂ ਦਾ ਵਿਰੋਧ ਆਫਕੋਰਸ ਉਹਨਾਂ ਨੂੰ ਸਪੋਰਟ ਤਾਂ ਮਿਲੇਗੀ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ, ਉਹਨਾਂ ਦੇ ਪੂਰੇ ਧੜੇ ਵੱਲੋਂ, ਔਰ ਬਿਨਾਂ ਸ਼ੱਕ ਤੋਂ ਉਹਨਾਂ ਨੂੰ ਇੱਦਾਂ ਕਹੀਏ ਕਿ ਉੱਪਰੋਂ ਹਾਈ ਕਮਾਂਡ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਡਟ ਕੇ ਸਪੋਰਟ ਕਰਨਗੇ। ਲੇਕਿਨ ਜਿੰਨੀ ਉਹਨਾਂ ਨੂੰ ਸਪੋਰਟ ਮਿਲਣ ਵਾਲੀ ਹੈ, ਉਦੋਂ ਕਿਤੇ ਜ਼ਿਆਦਾ ਉਹਨਾਂ ਦਾ ਵਿਰੋਧ ਹੋਣ ਵਾਲਾ ਹੈ। ਇਹ ਵਿਰੋਧ ਪਾਰਟੀ ਦੇ ਅੰਦਰੋਂ ਵੀ ਹੋਏਗਾ, ਕਿਉਂਕਿ ਹੁਣ ਅਸੀਂ ਜਾਣਦੇ ਹਾਂ ਕਾਂਗਰਸ, ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਹੈ ਔਰ ਇੱਕ ਧੜਾ ਜ਼ਰੂਰ ਕੁਛ ਨਾ ਕੁਛ ਲੋਕ ਜ਼ਰੂਰ ਚੰਨੀ ਸਾਹਿਬ ਨਾਲ ਨਾਰਾਜ਼ ਹੋਏ ਹੋਣਗੇ। ਚੰਨੀ ਸਾਹਿਬ ਨਾਲ ਨਹੀਂ, ਬਲਕਿ ਉਹਨਾਂ ਦੇ ਮੁੱਖ ਮੰਤਰੀ ਬਣਨ ਦੇ ਨਾਲ। ਔਰ ਅਸੀਂ ਸਮਝ ਸਕਦੇ ਹਾਂ ਕਿ ਉਹ ਧੜਾ ਭਾਵੇਂ ਕਾਂਗਰਸ ਦੇ ਐਕਸ਼ਨ ਤੋਂ ਡਰਦਿਆਂ ਹੋਇਆਂ ਕੋਈ ਸਿੱਧੇ ਵਿਰੋਧ ਵਿੱਚ ਨਾ ਜਾਵੇ, ਲੇਕਿਨ ਉਹ ਸਪੋਰਟ ਨਹੀਂ ਕਰੇਗਾ। ਅੰਦਰ ਖਾਤੇ ਵਿਰੋਧ ਵੀ ਚੱਲੇਗਾ। ਕੈਪਟਨ ਸਾਹਿਬ ਨਾਰਾਜ਼ ਨੇ ਤੇ ਕੈਪਟਨ ਸਾਹਿਬ ਦਾ ਵਿਰੋਧ ਵੀ ਉਹਨਾਂ ਨੂੰ ਝੱਲਣਾ ਪਏਗਾ। ਆਫਕੋਰਸ ਭਾਜਪਾ ਨਾਲ ਟੱਕਰ ਉਹਨਾਂ ਨੂੰ ਲੈਣੀ ਪਏਗੀ। ਦੂਜੇ ਪਾਸੇ ਅਕਾਲੀ ਨੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਮਝ ਸਕਦੇ ਹਾਂ ਅਕਾਲੀਆਂ ਨਾਲ ਟਸਲ ਵਧਣ ਜਾ ਰਹੀ ਹੈ। ਕਿਉਂਕਿ ਚੰਨੀ ਸਾਹਿਬ ਭਾਵੇਂ ਮੁੱਖ ਮੰਤਰੀ ਬਤੌਰ ਚੰਨੀ ਨੇ, ਲੇਕਿਨ ਉਹਨਾਂ ਦੇ ਪਿੱਛੇ ਜਿਹੜਾ ਧੜਾ ਕੰਮ ਕਰ ਰਿਹਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ, ਔਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਅਸੀਂ ਜਾਣਦੇ ਹਾਂ ਕਿ ਇੱਕ ਏਜੰਡਾ ਹੈ ਅਕਾਲੀ ਦਲ ਜਾਂ ਉਹਨਾਂ ਦੇ ਇੱਦਾਂ ਕਹੋ ਕਿ ਬਾਦਲ ਫੈਮਿਲੀ, ਤਾਂ ਜ਼ਰੂਰ ਉਹਨਾਂ ਦੇ ਨਾਲ ਪੁਰਾਣੀ ਟਸਲ ਦੇ ਵਿੱਚ ਪੈਣਗੇ। ਜਿਵੇਂ ਕਿ ਹੁਣੇ ਕੁਝ ਸੂਤਰ ਦੱਸ ਰਹੇ ਨੇ, ਮੈਂ ਹੁਣੇ ਕੁਝ ਸੋਸ਼ਲ ਮੀਡੀਆ ਤੋਂ ਮੈਨੂੰ ਖਬਰਾਂ ਮਿਲੀਆਂ ਨੇ ਕਿ ਉਹ ਹਰਪ੍ਰੀਤ ਸਿੰਘ ਸਿੱਧੂ ਜਾਂ ਚਟੋਪਾਧਿਆਏ ਜੀ ਨੂੰ ਜਿਹੜੇ ਵਾਪਸ ਤਾਕਤ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਆਉਂਦੇ ਨੇ ਤਾਂ ਬੰਦ ਕੇਸਿਸ ਜਿਹੜੇ ਅਕਾਲੀਆਂ ਦੇ ਖਿਲਾਫ ਪਏ ਨੇ ਉਹ ਜ਼ਰੂਰ ਖੁੱਲਣਗੇ ਤੇ ਇਸ ਨਾਲ ਟਸਲ ਵਧੇਗੀ। ਔਰ ਇਹੋ ਜਿਹੀ ਸਥਿਤੀ ਤੋਂ ਭਾਜਪਾ ਵੀ ਬਹੁਤ ਜ਼ਿਆਦਾ ਖੁਸ਼ ਨਹੀਂ ਹੋਏਗੀ। ਤਾਂ ਭਾਜਪਾ ਨੂੰ ਵੀ ਉਹ ਵੀ ਚਾਹੇਗੀ ਕਿ ਕਿਸੇ ਤਰੀਕੇ ਕਾਂਗਰਸ ਜਿਹੜੀ ਹੈ ਡਾਊਨ ਹੋ ਜਾਏ। ਔਰ ਸਭ ਤੋਂ ਵੱਡੀ ਗੱਲ ਆਪ ਦੀ ਵੀ ਹੈ, ਆਪ ਦੇ ਨਾਲ ਵੀ ਉਹਨਾਂ ਨੂੰ ਕੰਪੀਟ ਕਰਨਾ ਪਏਗਾ। ਸੋ ਚੰਨੀ ਸਾਹਿਬ ਦਾ ਜਿੰਨਾ ਕੁ ਅਨੁਭਵ ਹੈ, ਉਹਨਾਂ ਦੇ ਮੁਕਾਬਲੇ ਉਹਨਾਂ ਕੋਲ ਚੁਣੌਤੀਆਂ ਬਹੁਤ ਵੱਡੀਆਂ ਨੇ। ਔਰ ਇਹ ਦੇਖਦੇ ਕਿ ਸਿਰਫ 100 ਦਿਨ ਨੇ, ਔਰ 100 ਦਿਨ ਕਾਫੀ ਨਹੀਂ ਨੇ। ਔਰ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਕੈਪਟਨ ਸਾਹਿਬ ਦੀ ਬਿਊਰੋਕ੍ਰੇਸੀ ਉੱਪਰ ਪਕੜ ਬਹੁਤ ਵਧੀਆ ਹੈ। ਉਹ ਮਸ਼ਹੂਰ ਨੇ ਇਸ ਗੱਲ ਦੇ ਲਈ ਕਿ ਉਹ ਬਿਊਰੋਕ੍ਰੇਸੀ ਦੇ ਨਾਲ ਬਹੁਤ ਵਧੀਆ ਤਾਲਮੇਲ ਬਣਾ ਕੇ ਰੱਖਦੇ ਨੇ। ਤਾਂ ਅਸੀਂ ਸਮਝ ਸਕਦੇ ਹਾਂ ਕਿ ਉਹ ਪੂਰੇ ਦੇ ਪੂਰੇ ਪੰਜਾਬ ਦੇ ਸੈਟਅਪ ਦੇ ਵਿੱਚ, ਸਿਸਟਮ ਦੇ ਵਿੱਚ ਆਪਣੇ ਕਾਫੀ ਸਾਰੇ ਲੋਕਾਂ ਨੂੰ ਫਿੱਟ ਕਰੀ ਬੈਠੇ ਹੋਣਗੇ। ਉਹ ਲੋਕ ਕੈਪਟਨ ਸਾਹਿਬ ਦੇ ਲੋਕ ਨੇ, ਉਹ ਚੰਨੀ ਸਾਹਿਬ ਨੂੰ ਕਿੰਨਾ ਕੁ ਕੋਆਪਰੇਟ ਕਰਦੇ ਨੇ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੋਏਗਾ। ਲੇਕਿਨ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਚੰਨੀ ਸਾਹਿਬ ਦੇ ਲਈ ਆਉਣ ਵਾਲੀ ਹੈ, ਮੈਨੂੰ ਲੱਗਦਾ ਹੈ ਉਹ ਇਹ ਹੈ ਕਿ ਨਾਰਾਜ਼ਗੀਆਂ ਜ਼ਿਆਦਾ ਨੇ ਤੇ ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਨੇ। ਜਿੰਨੀਆਂ ਕੁ ਨਾਰਾਜ਼ਗੀਆਂ ਜ਼ਿਆਦਾ ਨੇ, ਉਨੀਆਂ ਕੁ ਲੋਕਾਂ ਦੀਆਂ ਉਮੀਦਾਂ ਵੀ ਬਹੁਤ ਜ਼ਿਆਦਾ ਨੇ। 4.5 ਸਾਲ ਲੋਕ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨੇ ਕਿ ਕਾਂਗਰਸ ਨੇ ਕੁਝ ਨਹੀਂ ਕੀਤਾ। ਔਰ ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ ਕਿ ਕਾਂਗਰਸ ਜਿੰਨੇ ਵਾਅਦੇ ਕਰਕੇ ਆਈ ਸੀ, ਖੁਦ ਹਾਈ ਕਮਾਂਡ ਨੇ ਪਿੱਛੋਂ ਜੀ 18 ਸੂਤਰੀ ਪ੍ਰੋਗਰਾਮ ਕੈਪਟਨ ਸਾਹਿਬ ਨੂੰ ਦਿੱਤਾ ਕਿ 18 ਨੁਕਤੇ ਇਹਨਾਂ ਵਿੱਚੋਂ ਕੋਈ ਤਾਂ ਲਾਗੂ ਕਰ ਦਿਓ। ਕੈਪਟਨ ਸਾਹਿਬ ਇੱਕ ਵੀ ਲਾਗੂ ਨਹੀਂ ਕਰ ਸਕੇ। ਖੁਦ ਕਾਂਗਰਸ ਦੇ ਲੋਕ ਮੰਨਦੇ ਨੇ ਕਿ ਅਸੀਂ 4.5 ਸਾਲ ਕੁਝ ਨਹੀਂ ਕੀਤਾ। ਇਸੇ ਕਰਕੇ ਤਾਂ ਉਹਨਾਂ ਨੇ ਮੁੱਖ ਮੰਤਰੀ ਬਦਲਵਾਇਆ। ਆਫਕੋਰਸ ਸਾਰਾ ਭਾਂਡਾ ਮੁੱਖ ਮੰਤਰੀ ਤੇ ਭੰਨਣਾ ਵੀ ਜਾਇਜ਼ ਨਹੀਂ ਹੈ। ਬਹੁਤ ਲੋਕ ਨੇ ਜਿਹੜੇ ਪਹਿਲਾਂ ਚੁੱਪ ਕਰਕੇ ਬੈਠੇ ਰਹੇ, ਉਹ ਕਦੇ ਵੀ ਨਹੀਂ ਬੋਲੇ ਕਾਂਗਰਸ ਦੇ ਲੋਕ, ਤਾਂ ਹੁਣ ਸਾਰਾ ਭਾਂਡਾ ਲਿਆ ਕੇ ਕੈਪਟਨ ਸਾਹਿਬ ਦੇ ਸਿਰ ਤੇ ਭੰਨ ਦਿਓ, ਇਹ ਵੀ ਆਪਣੇ ਆਪ ਦੇ ਵਿੱਚ ਜਾਇਜ਼ ਨਹੀਂ ਹੈ। ਪਰ ਇਹ ਗੱਲ ਸਾਨੂੰ ਮੰਨਣੀ ਪਏਗੀ ਕਿ ਹਾਲਾਤ ਬਹੁਤ ਵਧੀਆ ਨਹੀਂ ਸੀ ਪੰਜਾਬ ਦੇ। 4.5 ਸਾਲ ਕੋਈ ਜ਼ਿਆਦਾ ਕੰਮ ਨਹੀਂ ਹੋਇਆ ਤੇ ਹੁਣ 100 ਦਿਨ ਨੇ। 100 ਦਿਨ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਇਹ ਨੇ ਕਿ ਚੰਨੀ ਸਾਹਿਬ ਸ਼ਾਇਦ ਕੋਈ ਕ੍ਰਿਸ਼ਮਾ ਕਰ ਦੇਣ। ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਹ ਇੰਨੀਆਂ ਉਮੀਦਾਂ ਜਿੰਨੀਆਂ ਲੋਕ ਲਾ ਕੇ ਬੈਠੇ ਹੋਣਗੇ ਉਹ ਜਾਇਜ਼ ਨੇ। ਸਾਨੂੰ ਇੰਨੀਆਂ ਉਮੀਦਾਂ ਚੰਨੀ ਸਾਹਿਬ ਤੋਂ, ਕ੍ਰਿਕਟ ਦੀ ਭਾਸ਼ਾ ਵਿੱਚ ਕਹੀਏ ਤਾਂ ਉਹ ਨਾਈਟ ਵਾਚਮੈਨ ਦੇ ਰੂਪ 'ਚ ਆਏ ਨੇ। ਉਹਨਾਂ ਦੀ ਬਸ ਇੰਨੀ ਕੁ ਕੋਸ਼ਿਸ਼ ਹੋਣੀ ਚਾਹੀਦੀ ਹੈ ਜਾਂ ਹੋਊਗੀ ਕਿ ਉਹ 100 ਦਿਨ ਕਾਂਗਰਸ ਸਰਕਾਰ ਨੂੰ ਬਚਾ ਕੇ ਰੱਖ ਲੈਣ।
ਚੌਕੇ ਛੱਕੇ ਮਾਰਨ ਦੀ ਉਮੀਦ ਅਸੀਂ ਉਹਨਾਂ ਕੋਲੋਂ ਨਹੀਂ ਕਰ ਸਕਦੇ। ਹਾਂ, ਜੇ ਪੂਰੇ ਦਾ ਪੂਰਾ ਸਿੱਧੂ ਧੜਾ ਜਾਂ ਹਾਈ ਕਮਾਂਡ ਚਾਹੇ ਤਾਂ ਫਿਰ ਜ਼ਰੂਰ ਪੰਜਾਬ ਦੇ ਵਿੱਚ ਕੁਝ ਵੱਡੇ ਫੈਸਲੇ ਹੋ ਸਕਦੇ ਨੇ, ਔਰ ਵੱਡੇ ਫੈਸਲੇ ਜਿਹੜੇ ਉਹੀ ਪੰਜਾਬ ਦੇ ਬੁਨਿਆਦੀ ਮੁੱਦੇ ਨੇ ਉਹਨਾਂ ਨਾਲ ਸੰਬੰਧਿਤ ਕੋਈ ਜੇ ਅਗਰ ਇਹ ਚੰਨੀ ਸਾਹਿਬ ਲੈ ਜਾਂਦੇ ਨੇ ਤਾਂ ਆਫ ਕੋਰਸ ਇਸ ਦੇ ਨਾਲ ਚੰਨੀ ਸਾਹਿਬ ਦਾ ਕੱਦ ਜਿਹੜਾ ਉਹ ਵੱਡਾ ਹੋ ਜਾਏਗਾ। ਲੇਕਿਨ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਚੰਨੀ ਸਾਹਿਬ ਦੇ ਸਾਹਮਣੇ ਆਏਗੀ ਉਹ ਹੈ ਕਿਸਾਨ ਮੋਰਚੇ ਦੀ। ਕੈਪਟਨ ਸਾਹਿਬ ਜਾਂਦੇ ਜਾਂਦੇ ਇੱਕ ਬੜਾ ਅਜੀਬ ਜਿਹਾ ਬਿਆਨ ਦੇ ਗਏ ਕਿਸਾਨਾਂ ਨੂੰ ਨਾਰਾਜ਼ ਕਰਨ ਵਾਲਾ ਕਿ ਜਾਓ ਤੁਸੀਂ ਦਿੱਲੀ ਜਾ ਕੇ ਅੰਦੋਲਨ ਕਰੋ, ਤੁਸੀਂ ਪੰਜਾਬ 'ਚ ਕਿਉਂ ਅੰਦੋਲਨ ਕਰ ਰਹੇ ਹੋ। ਇਹ ਬਿਆਨ ਬਹੁਤ ਮਤਲਬ ਕਿ ਸਿਹਤਮੰਦ ਬਿਆਨ ਨਹੀਂ ਸੀ ਕਾਂਗਰਸ ਦੇ ਬਿਹਾਰ 'ਤੇ ਕਿਹਾ ਜਾਵੇ ਤਾਂ। ਪੰਜਾਬ ਦੇ ਕਿਸਾਨ ਉਹ ਕੋਈ ਸ਼ੌਕ ਨਾਲ ਥੋੜੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਕੋਈ ਚਾਹ ਥੋੜੀ ਹੈ ਲੜਨ ਦਾ, ਘਰ ਛੱਡ ਕੇ ਬੈਠਣ ਦਾ। ਉਹ ਤਾਂ ਫਸੇ ਹੋਏ ਨੇ ਵਿਚਾਰੇ, ਉਹ ਤਾਂ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਲੜ ਰਹੇ ਨੇ। ਪੰਜਾਬ ਦੀ ਸਰਕਾਰ ਕੋਲੇ 4.5 ਸਾਲ ਖੁਦ ਕੈਪਟਨ ਕੋਲੇ ਵੀ ਤਾਂ ਕੋਈ ਕਿਸਾਨਾਂ ਦੇ ਭਲੇ ਦਾ ਕੋਈ ਖਾਸ ਫਾਰਮੂਲਾ ਨਹੀਂ ਸੀ। 10 ਰੁਪਏ ਫਲਾਣੀ ਫਸਲ ਮਗਰ ਵਧਾ ਦਿਓ, 20 ਫਲਾਣੀ, ਇਹਦੇ ਨਾਲ ਕੁਝ ਮਤਲਬ ਕਿ ਸਟੇਟਾਂ ਚੱਲਦੀਆਂ ਨੇ। ਸਾਡੇ ਪੰਜਾਬ ਦੀ ਖੇਤੀ ਨੂੰ ਲੰਬੇ ਸਮੇਂ ਦੇ ਕੁਝ ਪ੍ਰੋਗਰਾਮ ਚਾਹੀਦੇ ਨੇ ਔਰ ਬੜੀ ਵਿਲ ਪਾਵਰ ਨਾਲ ਚਾਹੀਦੇ ਨੇ। ਤੁਸੀਂ ਸਾਰਾ ਕੁਝ ਚੱਕ ਕੇ ਸੈਂਟਰ ਨੂੰ ਫੜਾ ਦਿਓ, ਸੈਂਟਰ ਗਾ ਸਾਰਾ ਕੁਝ ਚੱਕ ਕੇ ਕਾਰਪੋਰੇਟ ਨੂੰ ਫੜਾ ਦਿਓ। ਇਹ ਤਾਂ ਇੱਕ ਬਲਾਈਂਡ ਗੇਮ ਹੈ। ਇਹ ਤਾਂ ਸ਼ਰੇਆਮ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਚੱਲਦੀ ਪਈ ਸੀ। ਔਰ ਸ਼ੁਰੂ ਦੇ ਵਿੱਚ ਕਾਂਗਰਸ, ਅਕਾਲੀ ਦਲ, ਆਪ, ਮੈਂ ਸਾਰਿਆਂ ਦੀ ਤਾਰੀਫ ਕਰਨੀ ਚਾਹਾਂਗਾ ਕਿ ਉਹਨਾਂ ਨੇ ਕਿਸਾਨਾਂ ਨੂੰ ਭਾਵੇਂ ਅੰਦਰ ਖਾਤੇ ਸਪੋਰਟ ਦਿੱਤੀ, ਭਾਵੇਂ ਖੁੱਲੇ ਰੂਪ 'ਚ ਦਿੱਤੀ, ਉਹਨਾਂ ਨੇ ਸਪੋਰਟ ਦਿੱਤੀ। ਲੇਕਿਨ ਆਖਰੀ ਮੌਕੇ ਤੇ ਜਾਂਦੇ ਜਾਂਦੇ ਕੈਪਟਨ ਸਾਹਿਬ ਨੇ ਆਪ ਬਿਆਨ ਦੇ ਕੇ ਤਾਂ ਜਿਵੇਂ ਸਾਰੀ ਕਾਂਗਰਸ ਨੂੰ ਫਸਾ ਕੇ ਰੱਖਤਾ। ਤਾਂ ਹੁਣ ਚੰਨੀ ਸਾਹਿਬ ਦੇ ਲਈ ਵੀ ਇਹ ਇੱਕ ਵੱਡੀ ਉਲਝਣ ਹੈ ਕਿ ਉਹ ਪੰਜਾਬ ਦੇ ਨਾਰਾਜ਼ ਕਿਸਾਨਾਂ ਨੂੰ ਕਿਵੇਂ ਖੁਸ਼ ਕਰਦੇ ਨੇ। ਆਫ ਕੋਰਸ ਉਹਨਾਂ ਦੀ ਟੀਮ ਬਹੁਤ ਵੱਡੀ ਹੈ ਔਰ ਹੁਣ ਤੱਕ ਜੋ ਫੈਸਲੇ 2-4 ਦਿਨਾਂ 'ਚ ਉਹਨਾਂ ਨੇ ਲਿੱਤੇ ਨੇ, ਮੈਨੂੰ ਲੱਗਦਾ ਅਗਰ ਰਲ ਕੇ ਉਹ ਸਾਰੇ ਉਹਨਾਂ ਫੈਸਲਿਆਂ 'ਤੇ ਖੜ ਜਾਂਦੇ ਨੇ ਤਾਂ ਕਿਸਾਨ ਵੀ ਉਹਨਾਂ ਦੀ ਇੱਕ ਪ੍ਰਾਇੋਰਟੀ ਹੋਣਗੇ ਔਰ ਹੋਣੇ ਵੀ ਚਾਹੀਦੇ ਨੇ। ਅਸੀਂ ਕੱਲੀ ਕਿਸਾਨੀ ਦੇ ਅੰਦੋਲਨ, ਇਸ ਅੰਦੋਲਨ ਨੂੰ ਕੱਲੇ ਕਿਸਾਨੀ ਦਾ ਅੰਦੋਲਨ ਨਹੀਂ ਕਹਿ ਸਕਦੇ। ਇਹ ਪੰਜਾਬ ਦੇ ਮੱਧ ਵਰਗੀ ਵਪਾਰੀ ਦਾ ਵੀ ਅੰਦੋਲਨ ਹੈ, ਆੜ੍ਹਤੀ ਦਾ ਵੀ ਅੰਦੋਲਨ ਹੈ। ਇਹ ਸਾਰੇ ਉਹਨਾਂ ਲੋਕਾਂ ਦਾ ਅੰਦੋਲਨ ਹੈ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੀ ਖੇਤੀ ਦੇ ਉੱਪਰ ਨਿਰਭਰ ਨੇ, ਖਾਸ ਤੌਰ ਤੇ ਪੰਜਾਬ ਦੀਆਂ ਛੋਟੀਆਂ ਮੰਡੀਆਂ। ਜੇ ਤੁਸੀਂ ਪੰਜਾਬ ਦੀਆਂ ਛੋਟੀਆਂ ਮੰਡੀਆਂ ਦਾ ਸਟਰਕਚਰ ਜਾਣਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਕਿ ਛੋਟੀਆਂ ਮੰਡੀਆਂ ਉਦੋਂ ਤੱਕ ਹੀ ਚੱਲਦੀਆਂ ਨੇ ਜਦੋਂ ਫਸਲ ਆਉਂਦੀ ਹੈ। ਜਿਸ ਸਾਲ ਫਸਲ ਨਾ ਹੋਵੇ ਉਸ ਦਿਨ ਫਿਰ ਮੁਨਿਆਰੀ ਵਾਲੇ ਵੀ ਰੁੜ ਜਾਂਦੇ ਨੇ, ਉਸ ਦਿਨ ਫਿਰ ਮਤਲਬ ਕਿ ਸੌਦੇ ਵਾਲੇ ਵੀ ਰੁੜ ਜਾਂਦੇ ਨੇ। ਉਸ ਵੇਲੇ ਉਸ ਸਾਲ ਤਾਂ ਫਿਰ ਇੱਦਾਂ ਕਹੋ ਕਿ ਦਰਜੀਆਂ ਤੇ ਨਾਈਆਂ ਤੱਕ ਦਾ ਕੰਮ ਵੀ ਨਹੀਂ ਚੱਲਦਾ ਜਿਸ ਸਾਲ ਫਸਲ ਨਹੀਂ ਹੁੰਦੀ। ਤਾਂ ਪੰਜਾਬ ਦਾ ਸਾਰਾ ਸਟਰਕਚਰ ਅੱਜ ਵੀ ਬਹੁਤ ਵੱਡੇ ਪੱਧਰ ਉੱਪਰ ਖੇਤੀ ਦੇ ਉੱਪਰ ਨਿਰਭਰ ਕਰਦਾ ਹੈ। ਤਾਂ ਇਹ ਸਾਰੇ ਪੰਜਾਬ ਦਾ ਅੰਦੋਲਨ ਹੈ। ਕੈਪਟਨ ਸਾਹਿਬ ਦਾ ਉਹ ਕਹਿਣਾ ਇੱਕਦਮ ਬੜੀ ਅਜੀਬ ਜੀ ਗੱਲ ਸੀ ਔਰ ਚੰਨੀ ਸਾਹਿਬ ਦੇ ਗਲ ਜਾਂਦੇ ਜਾਂਦੇ ਮੈਂ ਕਹਾਂਗਾ ਕਿ ਉਹ ਸਿਆਪਾ ਪਾ ਗਏ ਨੇ। ਪਰ ਚੰਗੀ ਗੱਲ ਹੋਏਗੀ ਜੇ ਚੰਨੀ ਸਾਹਿਬ ਇਸ ਗੱਲ ਨੂੰ ਸੰਭਾਲ ਜਾਣ ਤਾਂ ਇਹ ਉਹਨਾਂ ਦੇ ਹੱਕ ਦੇ ਵਿੱਚ ਜਾਣ ਵਾਲੀ ਇੱਕ ਬਹੁਤ ਵੱਡੀ ਗੱਲ ਹੋਏਗੀ। ਅੱਛਾ, ਥੋੜੀ ਜੀ ਮੈਂ ਇੱਕ ਚਰਚਾ ਕਰਨੀ ਚਾਹਾਂਗਾ ਕਿ ਹੁਣ ਕੈਪਟਨ ਸਾਹਿਬ ਕੀ ਕਰਨਗੇ। ਇਸ ਤੋਂ ਪਹਿਲਾਂ ਕਿ ਮੈਂ ਆਪਣਾ ਇਹ ਟੌਪਿਕ ਜਿਹੜਾ ਹੈ ਸਮਅਪ ਕਰਦੇ ਹਾਂ, ਕੈਪਟਨ ਸਾਹਿਬ ਕੋਲੇ ਹੁਣ ਕੀ ਰਾਹ ਨੇ। ਇਹ ਬੜਾ ਇੱਕ ਦਿਲਚਸਪ ਸਵਾਲ ਹੈ। ਹਾਲਾਂਕਿ ਲਾਸਟ ਦਿਨ ਜਿਵੇਂ ਡਰਾਮਾ ਹੋ ਰਿਹਾ ਸੀ, ਉਹ ਅੜ ਰਹੇ ਸਨ ਵਾਰ-ਵਾਰ, ਤਾਂ ਸਾਨੂੰ ਕਿਤੇ ਨਾ ਕਿਤੇ ਡਰ ਲੱਗਦਾ ਸੀ ਕਿਤੇ ਵੀ ਨਾ ਹੋਵੇ ਕਿ ਉਹ ਸਰਕਾਰ ਭੰਗ ਕਰਨ ਦੀ ਸਿਫਾਰਿਸ਼ ਕਰ ਦੇਣ ਤੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਏ। ਸਿਆਣੀ ਗੱਲ ਹੈ ਕਿ ਉਹਨਾਂ ਨੇ ਅਜਿਹਾ ਨਹੀਂ ਕੀਤਾ। ਇਹ ਬਹੁਤ ਵੱਡਾ ਕਲੰਕ ਲੱਗਣਾ ਸੀ ਪੰਜਾਬ ਦੀ ਕਾਂਗਰਸ ਦੇ ਉੱਪਰ ਜੇ ਉਹ ਅਜਿਹਾ ਕਰ ਜਾਂਦੇ। ਮੈਂ ਸਮਝਦਾ ਕਿ ਉਹਨਾਂ ਨੇ ਇੱਕ ਤਹੱਮਲ ਰੱਖਿਆ ਤੇ ਉਹਨਾਂ ਨੇ ਅਜਿਹਾ ਫੈਸਲਾ ਨਹੀਂ ਕੀਤਾ। ਲੇਕਿਨ ਹੁਣ ਉਹਨਾਂ ਕੋਲ ਰਾਹ ਕੀ ਹੈ? ਕਹਿੰਦੇ ਤਾਂ ਉਹ ਇਹੀ ਨੇ ਕਿ ਮੇਰੇ ਕੋਲ ਬਹੁਤ ਸਾਰੀਆਂ ਪੋਲੀਟੀਕਲ ਆਪਸ਼ਨਸ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਕੋਲ ਕੋਈ ਪੋਲੀਟੀਕਲ ਆਪਸ਼ਨ ਬਚੀ ਹੈ। ਉਹ ਭਾਜਪਾ ਵਿੱਚ ਨਹੀਂ ਜਾ ਸਕਦੇ ਔਰ ਭਾਜਪਾ ਉਹਨਾਂ ਨੂੰ ਇਸ ਵੇਲੇ ਲਊਗੀ ਕਿਉਂ? ਲੋਕ ਕਹਿੰਦੇ ਨੇ ਕਿ ਉਹ ਭਾਜਪਾ ਵਿੱਚ ਜਾ ਸਕਦੇ ਨੇ। ਹੁਣ ਸਵਾਲ ਤਾਂ ਇਹ ਹੈ ਕਿ ਭਾਜਪਾ ਕੈਪਟਨ ਸਾਹਿਬ ਨੂੰ ਕਿਉਂ ਲਊਗੀ? ਆਫਟਰ ਆਲ ਇਹ ਕੈਪਟਨ ਸਾਹਿਬ ਹੀ ਤਾਂ ਨਹੀਂ ਜਿਨ੍ਹਾਂ ਉੱਪਰ ਇਹ ਇਲਜ਼ਾਮ ਲੱਗਦਾ ਰਿਹਾ ਕਿ ਉਹਨਾਂ ਦੇ ਪੁਲਿਸ ਦੇ ਸਾਹਮਣੇ ਪੰਜਾਬ ਦੇ ਵਿੱਚ ਭਾਜਪਾ ਦੇ ਲੋਕਾਂ ਨੂੰ ਕੁੱਟਿਆ ਗਿਆ, ਉਹਨਾਂ ਦੇ ਕੱਪੜੇ ਪਾੜੇ ਗਏ। ਔਰ ਭਾਜਪਾ ਨੂੰ ਪਤਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਦਿੱਲੀ ਪਹੁੰਚਿਆ ਪੰਜਾਬ 'ਚੋਂ ਕੱਢ ਕੇ ਉਹਨਾਂ ਨੂੰ ਪਹੁੰਚਾਉਣ ਦੇ ਵਿੱਚ ਵੀ ਤਾਂ ਕੈਪਟਨ ਸਾਹਿਬ ਦੀ ਇੱਕ ਭੂਮਿਕਾ ਹੈ। ਕਾਂਗਰਸ ਨੇ ਸਪੋਰਟ ਕੀਤੀ ਹੈ ਉਸ ਅੰਦੋਲਨ ਦੀ। ਔਰ ਜਿਹੜਾ ਸੱਪ ਜਿਹੜਾ ਹੁਣ ਅਗਰ ਕਹੀਏ ਕਿ ਪਿਆ ਹੀ ਗਲ ਕੈਪਟਨ ਸਾਹਿਬ ਦੇ ਕਰਕੇ ਹੈ, ਭਾਜਪਾ ਕਿਵੇਂ ਇਸ ਗੱਲ ਨੂੰ ਭੁੱਲ ਜਾਏਗੀ? ਮੈਨੂੰ ਨਹੀਂ ਲੱਗਦਾ ਕਿ ਭਾਜਪਾ ਜਿਹੜੀ ਹੈ ਕੈਪਟਨ ਸਾਹਿਬ ਨੂੰ ਨਾਲ ਲਊਗੀ। ਔਰ ਦੋ ਦੁੱਖ ਮਿਲ ਕੇ ਇੱਕ ਸੁੱਖ ਨਹੀਂ ਬਣਦਾ। ਹੁਣ ਦੋ ਸਮੱਸਿਆਵਾਂ ਮਿਲ ਕੇ ਇੱਕ ਸਮੱਸਿਆ ਸੋਲਵ ਨਹੀਂ ਕਰ ਸਕਦੀਆਂ ਕਿ ਕੈਪਟਨ ਆਪਣੇ ਆਪ ਦੇ ਵਿੱਚ ਇੱਕ ਪ੍ਰੋਬਲਮ ਨੇ ਔਰ ਦੂਜੇ ਪਾਸੇ ਭਾਜਪਾ ਇੱਕ ਪ੍ਰੋਬਲਮ ਬਣੀ ਹੋਈ ਹੈ। ਦੋਨੋਂ ਰਲ ਜਾਣਗੇ ਤਾਂ ਪ੍ਰੋਬਲਮਸ ਡਬਲ ਹੋ ਜਾਣਗੀਆਂ। ਮੈਨੂੰ ਨਹੀਂ ਲੱਗਦਾ ਕਿ ਭਾਜਪਾ ਕੈਪਟਨ ਸਾਹਿਬ ਨੂੰ ਲੈਣਾ ਚਾਹੂਗੀ। ਕੈਪਟਨ ਸਾਹਿਬ ਕਹਿ ਸਕਦੇ ਨੇ, ਲੇਕਿਨ ਜੇ ਭਾਜਪਾ ਦੇ ਰਣਨੀਤੀਕਾਰ ਸਿਆਣੇ ਹੋਣਗੇ ਉਹ ਕਦੇ ਕੈਪਟਨ ਸਾਹਿਬ ਨੂੰ ਆਪਣੇ ਨਾਲ ਨਹੀਂ ਲੈਣਗੇ। ਕੈਪਟਨ ਸਾਹਿਬ ਦੇ ਕੋਲੇ ਜਿੰਨੀ ਤਾਕਤ ਸੀ ਉਹ ਮੁੱਖ ਮੰਤਰੀ ਹੁੰਦੇ ਸੀ। ਅਸੀਂ ਜਾਣਦੇ ਹਾਂ ਰਾਜਨੀਤੀ ਦਾ ਸਿੱਧਾ ਜਿਹਾ ਅਸੂਲ ਹੈ, ਇੱਥੇ ਚੜ੍ਹਦੇ ਨੂੰ ਸਲਾਮਾਂ ਹੁੰਦੀਆਂ ਨੇ। ਜਦੋਂ ਤੱਕ ਉਹ ਮੁੱਖ ਮੰਤਰੀ ਸਨ ਸਾਰੇ ਪੰਜਾਬ ਦੇ ਕਈ ਐਮਐਲਏ ਦੇ ਨਾਲ ਹੋਣਗੇ, ਹੁਣ ਉਹਨਾਂ ਨਾਲ ਕੋਈ ਨਹੀਂ ਹੋਏਗਾ। ਇਹ ਬਹੁਤ ਵੱਡੀ ਰਾਜਨੀਤੀ ਦਾ ਦੁਖਾਂਤਕ ਸੱਚ ਹੈ ਕਿ ਜਦੋਂ ਬੰਦਾ ਮੁੱਖ ਮੰਤਰੀ ਹੁੰਦਾ, ਜਦੋਂ ਉਹਦੇ ਕੋਲ ਤਾਕਤ ਹੁੰਦੀ ਹੈ
ਤਾਂ ਬਹੁਤ ਕੁਝ ਹੁੰਦਾ। ਜਦੋਂ ਉਹਦੇ ਕੋਲੇ ਨਹੀਂ ਹੁੰਦੀ ਤਾਕਤ, ਫਿਰ ਉਹ ਕੁਝ ਵੀ ਨਹੀਂ ਹੁੰਦਾ। ਤੁਸੀਂ ਸੁਮੇਧ ਸੈਣੀ ਤੋਂ ਦੇਖ ਸਕਦੇ ਹੋ, ਕਿਸੇ ਵੇਲੇ ਸੁਮੇਧ ਸੈਣੀ ਦੇ ਨਾਮ ਦੇ ਉੱਪਰ ਸਾਰਾ ਪੰਜਾਬ ਥਰ-ਥਰ ਕੰਬਦਾ ਸੀ। ਅੱਜ ਉਹ ਪਤਾ ਨਹੀਂ ਕਿਸ ਤੋਂ ਕੰਬਦੇ ਪਏ ਹੋਣਗੇ। ਤਾਕਤ ਦੀ ਇਹੀ ਇੱਕ ਤਾਕਤ ਦੋ ਧਾਰੀ ਤਲਵਾਰ ਹੈ। ਕਦੇ ਤੁਸੀਂ ਇਸ ਨਾਲ ਲੋਕਾਂ ਨੂੰ ਵੜਦੇ ਹੋ, ਕਦੇ ਇਹ ਤੁਹਾਨੂੰ ਵੜਦੀ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨ ਜਿਹੜੇ ਆ ਕੈਪਟਨ ਸਾਹਿਬ ਹੌਲੀ-ਹੌਲੀ ਸ਼ਾਂਤ ਹੋ ਜਾਣਗੇ। ਉਹਨਾਂ ਦੇ ਕੋਲੇ ਹੁਣ ਆਪਸ਼ਨ ਨਹੀਂ ਬਚੀ। ਅਕਾਲੀ ਦਲ ਵਿੱਚ ਜਾਣਾ ਉਹਨਾਂ ਲਈ ਕੋਈ ਆਪਸ਼ਨ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਆਪ ਉਹਨਾਂ ਦੇ ਉੱਪਰ ਕਦੇ ਦਾਅ ਖੇਡਣਾ ਚਾਹੂਗੀ, ਔਰ ਨਵੀਂ ਪਾਰਟੀ ਬਣਾਉਣ ਜੋਗੇ ਉਹ ਹੈ ਨਹੀਂ। ਉਹਨਾਂ ਦਾ ਗਰਾਊਂਡ ਦੇ ਉੱਪਰ ਕੋਈ ਆਧਾਰ ਨਹੀਂ ਹੈ। ਉਹਨਾਂ ਦਾ ਸਿਰਫ ਕਾਂਗਰਸ ਨਾਲ ਜੁੜਿਆ ਹੋਇਆ ਆਧਾਰ ਸੀ। ਕਾਂਗਰਸ ਤੇ ਉਹ ਦੋਨੋਂ ਇੱਕ ਦੂਜੇ ਨਾਲ ਜੁੜ ਕੇ ਇੱਕ ਟੀਮ ਬਣਾ ਰਹੇ ਸਨ। ਹੁਣ ਜਦੋਂ ਉਹਨਾਂ ਕੋਲੇ ਕਾਂਗਰਸ ਦਾ ਬੈਨਰ ਨਹੀਂ ਹੋਏਗਾ, ਤੇ ਉਹ ਕੋਈ ਇਹੋ ਜਿਹੇ ਲੋਕ ਨਹੀਂ ਹੈ ਜਿਵੇਂ ਭਗਵੰਤ ਮਾਨ ਹੋ ਗਿਆ ਕਿ ਉਹ ਗਰਾਊਂਡ ਦੇ ਵਿੱਚ ਉਤਰ ਸਕਦਾ ਹੈ। ਕੈਪਟਨ ਸਾਹਿਬ ਤਾਂ ਆਪਣੇ ਮਹਿਲ ਤੋਂ ਬਾਹਰ ਹੀ ਨਹੀਂ ਨਿਕਲਦੇ। ਤੇ ਪੰਜਾਬ ਦੇ ਵਿੱਚ ਅਗਰ ਕੋਈ ਰਾਜਨੀਤਿਕ ਪਾਰਟੀ ਖੜੀ ਕਰਨੀ ਹੋਵੇ ਤਾਂ ਤੁਹਾਨੂੰ ਪਿੰਡਾਂ ਗਲੀਆਂ ਤੱਕ ਜਾਣਾ ਪੈਂਦਾ, ਵਿਹੜਿਆਂ ਤੱਕ ਜਾਣਾ ਪੈਂਦਾ। ਔਰ ਕੈਪਟਨ ਸਾਹਿਬ ਤਾਂ ਆਪਣੇ ਮਹਿਲ ਤੋਂ ਬਾਹਰ ਨਾ ਨਿਕਲਣ ਲਈ ਪ੍ਰਸਿੱਧ ਨੇ। ਇਸੇ ਹੀ ਤਾਂ ਇੱਕ ਬਹੁਤ ਵੱਡੀ ਵਜ੍ਹਾ ਸੀ ਉਹਨਾਂ ਦੇ ਵਿਧਾਇਕਾਂ ਦੀ ਉਹਨਾਂ ਨਾਲ ਨਾਰਾਜ਼ ਹੋਣ ਦੀ। ਤਾਂ ਉਹਨਾਂ ਕੋਲੇ ਇਹ ਆਪਸ਼ਨ ਵੀ ਨਹੀਂ ਹੈ ਕਿ ਉਹ, ਮੈਨੂੰ ਲੱਗਦਾ ਕਿ ਭਾਵੇਂ ਦੁਖਾਂਤਕ ਭਾਵੇਂ ਸੁਖਾਂਤਕ, ਕੈਪਟਨ ਸਾਹਿਬ ਦੀ ਪਾਰੀ ਦਾ ਅੰਤ ਹੋ ਚੁੱਕਿਆ। ਕਾਂਗਰਸ ਦੇ ਵਿੱਚ ਰਹਿ ਕੇ ਜ਼ਰੂਰ ਉਹ ਕੁਝ ਨਾ ਕੁਝ ਕਰ ਸਕਦੇ ਨੇ। ਜੋ ਸ਼ਾਂਤ ਹੋ ਜਾਣ ਥੋੜ੍ਹੀ ਦੇਰ ਬਾਅਦ, ਤਾਂ ਉਹ ਕਾਂਗਰਸ ਦੇ ਵਿੱਚ ਰਹਿ ਕੇ ਸੈਂਟਰ ਵਿੱਚ ਜਾ ਸਕਦੇ ਨੇ। ਸੈਂਟਰ ਵਿੱਚ ਉਹਨਾਂ ਨੂੰ ਕੋਈ ਚੰਗਾ ਅਹੁਦਾ ਮਿਲ ਸਕਦਾ ਹੈ। ਅਤੀਤ ਵਿੱਚ ਅਜਿਹਾ ਹੋਇਆ, ਜੇ ਉਹ ਚਾਹਣ ਤਾਂ। ਔਰ ਇਸ ਦੇ ਲਈ ਉਹਨਾਂ ਨੂੰ ਕਾਂਗਰਸ ਨੂੰ ਕੋਆਪਰੇਟ ਕਰਨਾ ਪਊਗਾ, ਔਰ ਇਹ ਧਮਕੀ ਚੁੱਕਣੀ ਪਊਗੀ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਲਾਉਂਦੇ ਹੋ ਤਾਂ ਮੈਂ ਸਰਕਾਰ ਡੇਗ ਦੂੰਗਾ। ਇੱਦਾਂ ਨਹੀਂ। ਜੇ ਉਹ ਸ਼ਾਂਤ ਹੋ ਜਾਣ ਔਰ ਤਾਂ ਉਹਨਾਂ ਨੂੰ ਇੱਕ ਬਹੁਤ ਸ਼ਾਨਦਾਰ ਤਰੀਕੇ ਦੀ ਰਿਟਾਇਰਮੈਂਟ ਵੀ ਮਿਲ ਸਕਦੀ ਹੈ। ਔਰ ਈਵਨ ਮੈਂ ਸਮਝਦਾ ਕਿ ਉਹਨਾਂ ਨੂੰ ਸੈਂਟਰ ਵੀ ਜਿਹੜਾ ਆਪਣੇ ਨਾਲ ਲੈ ਕੇ ਖੁਸ਼ ਹੋਊਗਾ, ਕਿਉਂਕਿ ਕੈਪਟਨ ਸਾਹਿਬ ਦਾ ਇੱਕ ਨਾਮ ਹੈ, ਵੱਡਾ ਨਾਮ ਹੈ ਉਹਨਾਂ ਦਾ ਦੇਸ਼ ਦੇ ਵਿੱਚ, ਖਾਸ ਤੌਰ 'ਤੇ ਕਾਂਗਰਸ ਦੇ ਮਨਿਸਟਰਾਂ ਦੇ ਵਿੱਚ। ਅਤੇ ਜੇ ਉਹ ਇਹ ਥੋੜ੍ਹਾ ਜਿਹਾ ਮਨ ਨੂੰ ਸਮਝਾ ਲੈਣ ਕਿ ਹੁਣ ਪੰਜਾਬ ਦੇ ਵਿੱਚ ਮੇਰੇ ਲਈ ਥਾਂ ਨਹੀਂ ਹੈ, ਤਾਂ ਉਹ ਸੈਂਟਰ ਵਿੱਚ ਬਹੁਤ ਵੱਡੀ ਥਾਂ ਦੇ ਉੱਪਰ ਜਾ ਸਕਦੇ ਨੇ। ਘੱਟੋ ਘੱਟ ਮੇਰਾ ਅਜਿਹਾ ਮੰਨਣਾ। ਆਖਰੀ ਗੱਲ, ਇਸ ਸਾਰੀ ਕਵਾਇਦ ਦਾ ਕੀ ਸਿੱਟਾ ਨਿਕਲੂਗਾ, ਕੀ ਕਾਂਗਰਸ ਨੂੰ ਇਹਦਾ ਕੋਈ ਫਾਇਦਾ ਹੋਊਗਾ? ਪਹਿਲਾਂ ਤਾਂ ਮੈਨੂੰ ਵੀ ਡਾਊਟ ਸੀ ਕਿ ਸ਼ਾਇਦ ਕਾਂਗਰਸ ਨੂੰ ਬਹੁਤਾ ਫਾਇਦਾ ਨਾ ਹੋਵੇ, ਪਰ ਜਦੋਂ ਉਹਨਾਂ ਨੇ ਚੰਨੀ ਸਾਹਿਬ ਨੂੰ ਅੱਗੇ ਲੈ ਕੇ ਆਂਦਾ, ਤਾਂ ਹੁਣ ਇੱਕ ਕਿਤੇ ਨਾ ਕਿਤੇ ਉਹ ਇਹ ਪ੍ਰਭਾਵ ਦੇਣ ਦੇ, ਦੋਨੋਂ ਹੀ ਗੱਲਾਂ ਨਹੀਂ, ਕਿਤੇ ਨਾ ਕਿਤੇ ਉਹ ਪ੍ਰਭਾਵ ਦੇਣ ਦੇ ਵਿੱਚ ਸਫਲ ਹੋਏ ਕਿ ਅਸੀਂ ਇੱਕ ਜਿਹੜੇ ਪੰਜਾਬ ਦੇ ਦਲਿਤ ਨੇ, ਸਾਨੂੰ ਉਹਨਾਂ ਦਾ ਫਿਕਰ ਹੈ। ਦੇਖੋ, ਹਾਲਾਂਕਿ ਇਹ ਗੱਲ ਜਾਇਜ਼ ਨਹੀਂ ਹੈ ਕਿ ਅਸੀਂ ਜਾਤਾਂ ਪਾਤਾਂ ਜਾਂ ਧਰਮਾਂ ਨੂੰ ਦੇਖ ਕੇ ਆਪਣੇ ਉਮੀਦਵਾਰ ਚੁਣੀਏ ਜਾਂ ਆਪਣਾ ਮੁੱਖ ਮੰਤਰੀ ਚੁਣੀਏ, ਲੇਕਿਨ ਅਨਫਾਰਚੂਨੇਟਲੀ ਭਾਰਤ ਵਿੱਚ ਹੁੰਦਾ ਇੱਦਾਂ ਹੀ ਹੈ। ਇੱਕ ਬਹੁਤ ਹੀ ਮਤਲਬ ਕਿ ਦੁਖਾਂਤਕ ਜੀ ਗੱਲ ਹੈ। ਅਸੀਂ ਉਮੀਦਵਾਰ ਦੀ ਕਾਬਲੀਅਤ ਘੱਟ ਦੇਖਦੇ ਹਾਂ, ਉਹਨਾਂ ਨੂੰ ਚੁਣਨ ਲੱਗਿਆਂ ਅਸੀਂ ਦੇਖਦੇ ਹਾਂ ਕਿ ਉਹ ਕਿਹੜੀ ਜਾਤ ਜਾਂ ਧਰਮ ਦਾ, ਜਦੋਂ ਉਹ ਆਊਗਾ ਕਿੰਨੀਆਂ ਵੋਟਾਂ ਦੇ ਪਿੱਛੇ ਆਉਣਗੀਆਂ। ਔਰ ਚੰਨੀ ਸਾਹਿਬ ਨੂੰ ਇਹ ਸੀਟ ਮਿਲਣ ਦੇ ਵਿੱਚ ਕੋਈ ਸ਼ੱਕ ਨਹੀਂ, ਗਿਣਤੀ ਮਿਣਤੀ ਦਲਿਤ ਵੋਟਾਂ ਦੀ ਹੀ ਕੰਮ ਕਰਦੀ ਰਹੀ ਹੈ। ਔਰ ਅਤੀਤ ਦੇ ਵਿੱਚ ਦਲਿਤ ਵੋਟਾਂ ਨੇ ਕਾਫੀ ਵੱਡਾ ਮਤਲਬ ਕਿ ਪੰਜਾਬ ਦੇ ਵਿੱਚ ਰੋਲ ਅਦਾ ਕੀਤਾ ਹੈ। ਅਸੀਂ ਇਹ ਨਹੀਂ ਭੁੱਲ ਸਕਦੇ ਕਿ ਬਾਬੂ ਕਾਂਸ਼ੀ ਰਾਮ ਉਹ ਪੰਜਾਬ ਦੇ ਹੀ ਸਨ, ਔਰ ਉਹ 32% ਵੋਟ, ਪੂਰੀ ਦੀ ਪੂਰੀ ਵੋਟ ਨੂੰ ਵੀ ਮੋਬਿਲਾਈਜ਼ ਕਰਨ ਦੀ ਪੋਜੀਸ਼ਨ ਦੇ ਵਿੱਚ ਸਨ। ਕਾਂਸ਼ੀ ਰਾਮ ਜੀ ਦਾ ਬਹੁਤ ਵੱਡਾ ਨਾਮ ਹੈ ਪੰਜਾਬ ਦੇ ਵਿੱਚ। ਔਰ ਬਾਅਦ ਦੇ ਵਿੱਚ ਉਹ ਪੰਜਾਬ ਛੱਡ ਕੇ ਜਦੋਂ ਚਲੇ ਗਏ ਤਾਂ ਪੰਜਾਬ ਦੇ ਵਿੱਚ ਇੱਦਾਂ ਕਹੀਏ ਕਿ ਕੋਈ ਸੰਭਾਲ ਨਹੀਂ ਪਾਇਆ ਦਲਿਤ ਵੋਟ ਨੂੰ, ਔਰ ਘਟਦੀ 1.7 ਦੇ ਉੱਪਰ ਆ ਗਈ ਉਹ। ਲੇਕਿਨ ਹੁਣ ਚੰਨੀ ਜੀ ਦੇ ਆਉਣ ਦੇ ਨਾਲ ਮੈਨੂੰ ਲੱਗਦਾ ਹੈ ਉਹ ਵੋਟ ਜਿਹੜੀ ਹੈ ਕਿਤੇ ਨਾ ਕਿਤੇ ਘਟੇਗੀ। ਇਸੇ ਕਰਕੇ ਹੀ ਆਪ ਕਾਂਗਰਸ, ਭਾਜਪਾ ਔਰ ਅਕਾਲੀ ਦਲ ਸਾਰੇ ਹੀ ਕਹਿ ਰਹੇ ਸਨ ਕਿ ਅਸੀਂ ਦਲਿਤ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵਗੈਰਾ ਵਗੈਰਾ ਲੈ ਕੇ ਆਵਾਂਗੇ। ਇਹ ਸਾਰੇ ਗੱਲਾਂ ਕਰ ਰਹੇ ਸਨ। ਤਾਂ ਉਦੋਂ ਪਹਿਲਾਂ ਕਾਂਗਰਸ ਨੇ ਇਹ ਚਾਲ ਚੱਲ ਕੇ ਮੈਨੂੰ ਲੱਗਦਾ ਹੈ ਇੱਕ ਕਿਤੇ ਨਾ ਕਿਤੇ ਉਸ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦਲਿਤ ਵੋਟਰ ਕਾਰਡ ਦੇ ਵਿੱਚ। ਹਾਂ, ਇਹਦੇ ਨਾਲ ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਜਿਹੜੀ ਇੱਦਾਂ ਕਹੀਏ ਸਿੱਖ ਵੋਟਰਸ਼ਿਪ ਨਾਰਾਜ਼ ਵੀ ਹੋ ਸਕਦੀ ਹੈ, ਥੋੜ੍ਹਾ ਬਹੁਤਾ ਉਹਨਾਂ ਨੂੰ ਜਰਕ ਲੱਗ ਸਕਦੀ ਹੈ। ਤਾਂ ਹੁਣ ਇਹ ਨਿਰਭਰ ਕਰੇਗਾ ਕਿ ਇਹ ਆਉਣ ਵਾਲੇ 4-4.5 ਮਹੀਨਿਆਂ ਬਾਅਦ ਕਿਵੇਂ ਇਸ ਸਿਚੁਏਸ਼ਨ ਨੂੰ ਟੈਕਲ ਕਰਦੇ ਨੇ। ਇਹਦੇ ਫਾਇਦੇ ਵੀ ਹੋ ਸਕਦੇ ਨੇ ਇਸ ਮੂਵਮੈਂਟ ਦੇ, ਲੇਕਿਨ ਇਹਦੇ ਨੁਕਸਾਨ ਵੀ ਹੋ ਸਕਦੇ ਨੇ। ਸਭ ਤੋਂ ਵੱਡਾ ਨੁਕਸਾਨ ਤਾਂ ਹੋਊਗਾ ਕਿ ਹੁਣ ਪੂਰੀ ਪਾਵਰ ਸਿੱਧੂ ਸਾਹਿਬ ਕੋਲੇ ਆ ਚੁੱਕੀ ਹੈ। ਭਾਵੇਂ ਚੰਨੀ ਸਾਹਿਬ ਮੁੱਖ ਮੰਤਰੀ ਨੇ, ਲੇਕਿਨ ਲੋਕ ਜਾਣਦੇ ਨੇ ਕਿ ਬੇਸਿਕਲੀ ਪਿੱਠ ਦੇ ਪਿੱਛੇ ਚੰਨੀ ਸਾਹਿਬ ਦੇ ਸਿੱਧੂ ਸਾਹਿਬ ਖੜੇ ਨੇ। ਤੇ ਜੇ ਸਿੱਧੂ ਸਾਹਿਬ ਕੋਈ ਵੀ ਕ੍ਰਿਸ਼ਮਾ ਚੰਨੀ ਸਾਹਿਬ ਦੇ ਥਰੂ ਨਾ ਕਰ ਸਕੇ, ਫਿਰ ਬਹੁਤ ਵੱਡਾ ਨੁਕਸਾਨ ਹੋਣ ਵਾਲਾ, ਫਿਰ ਬਹੁਤ ਵੱਡਾ ਨੁਕਸਾਨ ਹੋਣ ਵਾਲਾ। ਸੋ ਇਹ 100 ਦਿਨ ਜਿਹੜੇ ਹੈਗੇ ਚੰਨੀ ਸਾਹਿਬ ਨਾਲੋਂ ਕਿਤੇ ਜ਼ਿਆਦਾ ਇਹ ਸਿੱਧੂ ਸਾਹਿਬ ਦੇ ਲਈ ਚੈਲੰਜਿੰਗ ਨੇ, ਕਿਉਂਕਿ ਇਹ ਗੱਲ ਬਿਲਕੁਲ ਮੰਨੀ ਜਾਊਗੀ ਕਿ ਚੰਨੀ ਸਾਹਿਬ ਨੂੰ ਕੁਰਸੀ ਤੇ ਬਿਠਾਉਣ ਵਾਲੇ ਸਿੱਧੂ ਸਾਹਿਬ ਨੇ। ਆਖਰੀ ਮੌਕੇ ਦੇ ਉੱਪਰ ਇੱਕ ਵਾਰੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਨਾਮ ਦੇ ਢੋਲ ਵੱਜ ਗਏ ਸਨ, ਲੱਡੂ ਵੰਡੇ ਜਾ ਚੁੱਕੇ ਸਨ, ਲੇਕਿਨ ਫਿਰ ਸਿੱਧੂ ਸਾਹਿਬ ਨੇ ਅੜ ਕੇ ਚੰਨੀ ਸਾਹਿਬ ਨੂੰ ਸੀਟ ਦਵਾਈ, ਮੁੱਖ ਮੰਤਰੀ ਬਣਾਇਆ। ਤੇ ਹੁਣ ਜੇ ਚੰਨੀ ਸਾਹਿਬ, ਸਿੱਧੂ ਤੇ ਇਹ ਸਾਰਾ ਦਾ ਸਾਰਾ ਗਰੁੱਪ ਕੋਈ ਬਹੁਤ ਵੱਡਾ ਕ੍ਰਿਸ਼ਮਾ ਨਹੀਂ ਕਰ ਸਕਿਆ ਪੰਜਾਬ ਦੇ ਵਿੱਚ, ਤਾਂ ਫਿਰ ਇਹ ਕਵਾਇਦ ਕਈ ਤਰੀਕੇ ਨਾਲ ਨੁਕਸਾਨ ਦੇਊਗੀ। ਔਰ
ਸਿੱਧੂ ਸਾਹਿਬ ਇਸ ਗੱਲ ਨੂੰ ਬਹੁਤ ਲਾਈਟਲੀ ਨਾ ਲੈਣ ਕਿ ਉਹ ਚੰਨੀ ਸਾਹਿਬ ਉਹਨਾਂ ਨੇ ਇਸ ਕਰਕੇ ਬਿਠਾਤੇ ਕਿ 4 ਮਹੀਨੇ ਨੂੰ ਉਹ ਉਹਨਾਂ ਲਈ ਕੁਰਸੀ ਖਾਲੀ ਕਰ ਦੇਣਗੇ। ਰਾਜਨੀਤੀ ਵਿੱਚ ਇਹੋ ਜਿਹੀ ਭਾਵੁਕਤਾ ਨਹੀਂ ਚੱਲਦੀ। ਸੋ ਮੈਨੂੰ ਲੱਗਦਾ ਇਹ 4 ਮਹੀਨੇ ਬਹੁਤ ਸਲਿੱਪਰੀ ਹੋਣਗੇ ਕਾਂਗਰਸ ਦੇ ਲਈ। ਇਹਦੇ ਫਾਇਦੇ ਵੀ ਹੋ ਸਕਦੇ ਨੇ, ਨੁਕਸਾਨ ਵੀ ਹੋ ਸਕਦੇ ਨੇ। ਔਰ ਲਾਸਟ ਚੀਜ਼ ਫਿਰ ਇਹ ਪੰਜਾਬ ਲਈ ਵੀ ਬਹੁਤ ਨੁਕਸਾਨਦਾਇਕ ਹੋਏਗਾ। ਜੇ ਕਿਤੇ ਕਾਂਗਰਸ ਆਪਣਾ ਵਜੂਦ ਜਾਂ ਆਧਾਰ ਖੋ ਬੈਠੀ ਤਾਂ ਦੇਖੋ ਇਸ ਵੇਲੇ ਪੋਜੀਸ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆਉਣਾ। ਫਿਰ ਹੁਣ ਤਾਂ ਲੱਗ ਰਿਹਾ ਕਿ ਕਾਂਗਰਸ ਕਿਸੇ ਨਾ ਕਿਸੇ ਤਰੀਕੇ ਬਹੁਮਤ ਕੱਢ ਸਕਦੀ ਹੈ। ਫਿਰ ਚਾਰੇ ਪਾਰਟੀਆਂ ਦੇ ਵਿੱਚ ਕਾਂਟੇ ਦੀ ਟੱਕਰ ਹੋਊਗੀ ਔਰ ਸਪਸ਼ਟ ਬਹੁਮਤ ਮੈਂਡੇਟ ਕਿਸੇ ਨੂੰ ਨਹੀਂ ਮਿਲਣਾ। ਇੱਕ ਲੰਗੜੀ ਸਰਕਾਰ ਮਿਲੂਗੀ, ਜਿਸ ਦਾ ਮਤਲਬ ਇਹ ਹੈ ਕਿ ਸਟੇਬਿਲਿਟੀ ਖਰਾਬ ਹੋਊਗੀ ਪੰਜਾਬ ਦੀ। ਔਰ ਫਿਰ ਅਸੀਂ 24 ਦੇ ਵਿੱਚ ਆਲਮੋਸਟ ਮੈਂ ਮੰਨ ਕੇ ਚੱਲਦਾ ਜੇ ਲੰਗੜੀ ਸਰਕਾਰ ਬਣੀ ਤਾਂ ਉਹ ਸਾਲ 2 ਸਾਲ ਤੋਂ ਵੱਧ ਨਹੀਂ ਚੱਲਦੀ ਤੇ ਫਿਰ 24 ਦੇ ਵਿੱਚ ਪੰਜਾਬ ਜਿਹੜਾ ਹੈ ਇੱਕ ਵਾਰੀ ਫਿਰ ਇਲੈਕਸ਼ਨਾਂ ਦੇ ਵਿੱਚ ਫਸਿਆ ਹੋਊਗਾ। ਇਹ ਮੇਰੀ ਸੋਚ ਹੈ, ਮੇਰਾ ਇਹ ਮੰਨਣਾ।